हाँ जी सर, अपने आप को अनम्यूट करके देखो। अनम्यूट करके देखो जी, बस ठीक है। ठीक है जी, ठीक है। हाँ जी सर, आवाज आ रही है जी? आ रही है जी, आ रही है, ओके है जमा। ठीक है सर, ठीक है जी। पहली स्क्रीन ला दो जी अपनी। ठीक है जी। वाह जी वाह, ओके है जी। ठीक है सर, ठीक है जी। बहुत सही है जी। ठीक है सर। लैंडस्केप करके देखोगे इदा ही ठीक है? लैंडस्केप मतलब ਉਹਨੂੰ ਦੂਜੇ ਪਾਸੇ ਕਰਦਾ? ਅੱਛਾ, ਐਡਮਿਟ ਮੈਂ ਤਾਂ ਨਹੀਂ ਕਰਨਾ बहुत ਕੋਈ सही ਵੀ है जी, ਮਤਲਬ? बहुत सही है। ਨਹੀਂ, ਐਡਮਿਟ ਮੈਂ ਤਾਂ ਨਹੀਂ ਕਰਨਾ ਕੋਈ ਵੀ, ਤੁਸੀਂ ਕਰੋਗੇ ਨਾ ਆਪਣੇ ਵੱਲੋਂ? बस सर पता की है हुण देखो, अपने कोले 15 मिनट है ਹਾਂਜੀ। ते तुसी बस अपना जो मर्जी कर लो। ठीक है, आप 15 मिनट आप फ्री हैं। ਨਹੀਂ, ਮੈਂ ਪੁੱਛ ਰਿਹਾ ਸਰ, ਜਿਵੇਂ ਆ ਇੱਕ ਬੱਚੇ ਦਾ ਨਾ ਐਡਮਿਟ अपना ਦਾ ਮੇਰੇ काम ਕੋਲ। जिहड़ा सी ओह मेन जिहड़ा स्क्रीन शेयरिंग दा सीगा ओह हो गया। ਹਾਂਜੀ ਹਾਂਜੀ। ਨਹੀਂ, ਮੈਂ ਪੁੱਛ ਰਿਹਾ ਸਰ, ਆ ਜਿਹੜਾ ਮੇਰੇ ਕੋਲ ਇੱਕ ਬੰਦੇ ਦਾ ਸ਼ੋ ਹੋ ਰਿਹਾ ਵੀ ਐਡਮਿਟ ਕਰਨਾ, ਐਡਮਿਟ ਤਾਂ ਤੁਸੀਂ ਕਰੋਗੇ ਨਾ, ਮੈਂ ਤਾਂ ਨਹੀਂ ਕਰਨਾ ਨਾ ਕਿਸੇ ਨੂੰ ਵੀ? तुसी कोई एडमिट नहीं करना जी, ਬਸ ਠੀਕ ਹੈ ਜੀ, ਠੀਕ ਹੈ ਸਰ। मैं आपे एडमिट करूंगा। हाँ, बस मैंने दस दियो भी, जब शुरू करना ना कह दियो स्टार्ट, बस मैं उदों फिर हाँ, पहली मैं स्टार्ट कह दूंगा 2 मिनट ठीक है, पहला, उस तो बाद एडमिट करूंगा। ठीक है जी। ठीक है, स्टार्ट कह दूंगा ते हाँ जो जी, तुसी खत्म कर ली उदों तुसी एंड कह दोगे, मैं एंड कर दूं। ठीक है जी, ठीक है सर। इन्हां नूं आपां उन्ना टाइम वेटिंग रूम 'ਚ ही रखांगे। ठीक है जी, ठीक है सर। ठीक है जी। हाँ जी, ओके।
ਵੇਟਿੰਗ ਰੂਮ ਸਰ ਡਿਸੇਬਲ ਕਰਦਾ ਮੈਂ। ਠੀਕ ਹੈ ਜੀ। ਤੇ ਮੈਂ ਆਪਣਾ ਤੁਸੀਂ ਸਹੀ 2 ਵਜੇ ਠੀਕ ਹੈ ਮੈਨੂੰ ਪੁੱਛੇ ਬਗੈਰ ਸਟਾਰਟ ਕਰ ਦਿਓ। ਤੁਹਾਡੀ ਠੀਕ ਹੈ ਜੀ, ਆਵਾਜ਼ ਆ ਰਹੀ ਹੈ ਜੇ ਮਤਲਬ ਠੀਕ ਹੈ ਜੀ, ਠੀਕ ਹੈ ਜੀ। ਠੀਕ ਹੈ 150 ਬਾਕੀ ਹਾਂ 159 ਹੋ ਗਏ। ਮੈਂ ਪੂਰੇ 2 ਵਜੇ ਸ਼ੁਰੂ ਕਰ ਦੂੰਗਾ। ਹਾਂਜੀ ਹਾਂ ਤੇ 2 ਵਜੇ ਪੂਰੇ ਸਹੀ ਸਟਾਰਟ ਕਰ ਦਿਓ। ਠੀਕ ਹੈ ਕੋਈ ਜੀ, ਸਾਰੇ ਜਾਣੇ ਮਿਊਟ ਹੋਣਗੇ, ਕਿਸੇ ਠੀਕ ਹੈ ਨੂੰ ਜੀ, ਇਜਾਜ਼ਤ ਨਹੀਂ ਹੈਗੀ ਵੀ ਆਪਣੇ ਵਿੱਚ ਆ ਕੇ ਕੋਈ ਬੋਲ ਪਾਊਗਾ। ਠੀਕ ਹੈ ਜੀ, ਠੀਕ ਹੈ। ਓਕੇ ਸਰ। ਬਾਕੀ ਜਦੋਂ ਮਤਲਬ ਤੁਸੀਂ 50 ਤੇ ਜਦੋਂ 2:50 ਤੇ ਬੰਦ ਕਰਨੀ ਹੋਈ ਉਦੋਂ ਤੁਸੀਂ ਬਸ ਕਹਿ ਦੋਗੇ ਵੀ ਐਂਡ ਕਰ ਦਿਓ ਸਰ, ਠੀਕ ਥੈਂਕ ਹੈ ਯੂ ਜੀ, ਕਰਕੇ ਤੇ ਫਿਰ ਮੈਂ ਠੀਕ ਐਂਡ ਹੈ ਕਰ ਜੀ, ਦਿੰਦਾ। ਓਕੇ ਸਰ, ਗੁੱਡ ਲੱਕ। ਥੈਂਕ ਯੂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਮੇਰਾ ਨਾਮ ਸ਼ਵਿੰਦਰ ਸਿੰਘ ਹੈ। ਮੈਂ ਸਰਕਾਰੀ ITI ਬਸੀ ਪਠਾਣਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਪੰਜਾਬ ਵਿਖੇ ਬਤੌਰ ਵੈਲਡ ਇੰਸਟਰਕਟਰ ਕੰਮ ਕਰ ਰਿਹਾ ਹਾਂ। ਅੱਜ ਅਸੀਂ ਜਿਹੜਾ ਟੌਪਿਕ ਲਿੱਤਾ ਹੈ ਉਹ ਥਰਮਲ ਵੈਲਡਿੰਗ ਦਾ ਲਿੱਤਾ ਹੈ, ਜਿਸ ਤੇ ਅਸੀਂ ਅੱਜ ਡਿਸਕਸ ਕਰਾਂਗੇ। ਹਾਂਜੀ, ਸਭ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਹਾਂ ਵੀ ਥਰਮਲ ਵੈਲਡਿੰਗ ਸ਼ੁਰੂ ਕਦੋਂ ਹੋਈ, ਇਹਦੀ ਕੀ ਹਿਸਟਰੀ ਹੈ। ਦੇਖੋ 1893 ਈਸਵੀ ਦੇ ਵਿੱਚ ਇੱਕ ਹੈਂਸ ਗੋਲਡਸਮਿਥ ਨਾਮ ਦਾ ਬੰਦਾ ਸੀ ਜਰਮਨੀ ਦੇ ਵਿੱਚ, ਜਿਸ ਨੇ ਐਲੂਮੀਨੀਅਮ ਦੀ ਤਾਪ ਊਰਜਾ ਦੇ ਬਾਰੇ ਉਹਨਾਂ ਦੇ ਰਿਐਕਸ਼ਨ ਕੀਤੇ, ਜੋ ਉਹਨਾਂ ਦੇ ਵਿੱਚ ਕਾਰਵਾਈਆਂ ਹੋਈਆਂ ਉਹਦੇ ਬਾਰੇ ਉਹਨੇ ਥੋੜੇ ਜਿਹੇ ਐਕਸਪੈਰੀਮੈਂਟ ਕੀਤੇ ਤੇ ਉਹਨੂੰ ਪਤਾ ਲੱਗਿਆ ਵੀ ਜਦੋਂ ਇਹ ਰਿਐਕਸ਼ਨ ਕਰਦੇ ਨੇ ਤਾਂ ਬਹੁਤ ਜ਼ਿਆਦਾ ਗਰਮੀ ਪੈਦਾ ਹੁੰਦੀ ਹੈ, ਤਾਂ ਇਸ ਗਰਮੀ ਨੂੰ ਅਸੀਂ ਵੈਲਡਿੰਗ ਦੇ ਲਈ ਵਰਤ ਸਕਦੇ ਹਾਂ। ਇਸੇ ਕਰਕੇ ਉਹਨੇ ਇੱਕ ਐਸੀ ਤਕਨੀਕ ਦੀ ਖੋਜ ਕੀਤੀ ਵੀ ਜਿਹਦੇ ਵਿੱਚ ਅਸੀਂ ਨਾ ਤਾਂ ਬਿਜਲੀ ਯੂਜ਼ ਕਰਨੀ ਹੈ, ਨਾ ਅਸੀਂ ਗੈਸਾਂ ਦੀ ਵਰਤੋਂ ਕਰਨੀ ਹੈ ਧਾਤਾਂ ਨੂੰ ਪਿਘਲਾਉਣ ਦੇ ਲਈ। ਇਸ ਲਈ ਉਹਨੇ ਕੀ ਕੀਤਾ, ਅਲਮੀਨੋਥਰਮਿਕ ਰਿਐਕਸ਼ਨ ਸ਼ੁਰੂ ਕੀਤੇ, ਜਿਹਦੇ ਵਿੱਚ ਕੀ ਚੀਜ਼ ਹੁੰਦੀ ਹੈ, ਇਹ ਬਹੁਤ ਜ਼ਿਆਦਾ ਰਿਐਕਸ਼ਨ ਜਦੋਂ ਕਰਦੇ ਨੇ ਤਾਂ ਇਹਦੇ ਵਿੱਚ ਇੰਨੀ ਜ਼ਿਆਦਾ ਗਰਮੀ ਪੈਦਾ ਹੁੰਦੀ ਹੈ, ਜਿਹਦੇ ਨਾਲ ਕੀ ਹੁੰਦਾ, ਜਿਹੜੇ ਮੈਟਲ ਆਕਸਾਈਡ ਹੁੰਦੇ ਨੇ ਐਲੂਮੀਨੀਅਮ ਪਾਊਡਰ ਦੇ ਨਾਲ ਰਿਐਕਟ ਕਰਦੇ ਨੇ, ਜਦੋਂ ਉਹਦੇ ਨਾਲ ਕਿਰਿਆ ਕਰਦੇ ਨੇ ਤਾਂ ਕੀ ਹੁੰਦਾ ਹੈ, ਬਹੁਤ ਜ਼ਿਆਦਾ ਗਰਮੀ ਪੈਦਾ ਹੁੰਦੀ ਹੈ। ਇਸ ਦੇ ਨਾਲ ਕੀ ਹੁੰਦਾ ਹੈ, ਜਿਸ ਨੂੰ ਉਹਨੇ ਵੈਲਡਿੰਗ ਦੇ ਲਈ ਜਾਂ ਧਾਤਾਂ ਨੂੰ ਪਿਘਲਾਉਣ ਦੇ ਲਈ ਵਰਤਿਆ। ਇਸੇ ਚੀਜ਼ ਦੀ ਖੋਜ ਕਰਦੇ ਕਰਦੇ ਉਸਨੇ ਅੱਗੇ ਇਸ ਨੂੰ ਲੈ ਕੇ ਗਿਆ। ਉਹਨੇ ਇਸ ਤੇ ਇੱਕ ਪੇਟੈਂਟ ਸ਼ੁਰੂ ਕੀਤਾ ਵੀ ਇਸ ਨੂੰ ਵਰਤਣ ਲਈ ਉਹਨੇ ਇੱਕ ਅਰਜ਼ੀ ਦਿੱਤੀ ਵੀ ਜਿਹਦੇ ਨਾਂ ਤੇ ਉਹ ਇਹਨੂੰ ਯੂਜ਼ ਕਰ ਸਕੇ। ਉਸਨੇ ਕੀ ਕੀਤਾ, ਇਸ ਨੂੰ ਜਿਹੜਾ ਇਹਦਾ ਰਿਐਕਸ਼ਨ ਹੋਇਆ ਸੀ, ਜ਼ਿਆਦਾ ਗਰਮੀ ਪੈਦਾ ਹੋ ਰਹੀ ਸੀ, ਉਸ ਨੂੰ ਉਹਨੇ ਥਰਮਲ ਪ੍ਰੋਸੈਸ ਦਾ ਨਾਮ ਦਿੱਤਾ। ਤੇ ਇਹਨੂੰ ਕੀ ਕੀਤਾ, ਇਸ ਗਰਮੀ ਨੂੰ ਵਰਤਣ ਦੇ ਉਹਨੇ ਕਈ ਤਰੀਕੇ ਲੱਭ ਲਏ ਤੇ ਉਹਨੇ ਇਸੇ ਤਰੀਕਿਆਂ ਨੂੰ ਵਰਤਦੇ ਹੋਏ ਇੱਕ ਨਵੀਂ ਕਾਰਪੋਰੇਸ਼ਨ ਸ਼ੁਰੂ ਕੀਤੀ, ਇੱਕ ਕੰਪਨੀ ਸ਼ੁਰੂ ਕੀਤੀ 1897 ਈਸਵੀ ਦੇ ਵਿੱਚ, ਜਿਹਦਾ ਨਾਮ ਸੀਗਾ ਗੋਲਡਸਮਿਥ। ਉਸ ਤੋਂ ਬਾਅਦ ਜਦੋਂ ਜਿਵੇਂ ਜਿਵੇਂ ਅੱਗੇ 9ਵੀਂ ਸੈਂਚੁਰੀ ਆਈ, 19ਵੀਂ ਸੈਂਚੁਰੀ ਤੱਕ ਪਹੁੰਚੇ ਤਾਂ ਕੀ ਹੋਇਆ, ਇਹ ਜਿਹੜਾ ਪ੍ਰੋਸੈਸ ਸੀ ਇਸ ਨੂੰ ਉਹਨੇ ਅੱਗੇ ਵੱਡੀਆਂ ਵੱਡੀਆਂ ਵੈਲਡਿੰਗ ਦੀਆਂ ਖੋਜਾਂ ਕਰਨ ਲਈ ਵਰਤਿਆ, ਵੱਡੇ ਵੱਡੇ ਧਾਤਾਂ ਦੀ ਰਿਪੇਅਰ ਕਰਨ ਦੇ ਲਈ। ਉਸ ਤੋਂ ਬਾਅਦ ਜਿਵੇਂ ਕਈ ਚੀਜ਼ਾਂ ਨੂੰ ਅਸੀਂ ਫੋਰਜ ਸਟੀਲ ਦੇ ਤੌਰ ਤੇ ਬਣਾਉਣਾ ਸੀਗਾ, ਲੋਹੇ ਦੀ ਢਲਾਈ ਕਰਦੇ ਹਾਂ, ਉਹਦੇ ਲਈ ਵੀ ਇਹ ਪ੍ਰੋਸੈਸ ਵਰਤਣਾ ਸ਼ੁਰੂ ਕਰਤਾ। 19ਵੀਂ ਸੈਂਚੁਰੀ ਤੱਕ ਜਾਂਦੇ ਜਾਂਦੇ ਵੱਡੇ ਵੱਡੇ ਜਿਹੜੇ ਪੀਸ ਹੁੰਦੇ ਸੀ, ਜਿਨ੍ਹਾਂ ਨੂੰ ਰਿਪੇਅਰ ਕਰਨਾ ਔਖਾ ਹੁੰਦਾ ਸੀ, ਉਹਦੇ ਵਾਸਤੇ ਇਹ ਵੈਲਡਿੰਗ ਸ਼ੁਰੂ ਹੋ ਗਈ। ਤੇ ਵੱਡੀ ਵੱਡੀ ਪੀਸਾਂ ਦੀ ਢਲਾਈ, ਜਿਹੜੇ ਪੀਸਾਂ ਨੂੰ ਸਿੰਗਲ ਤੌਰ ਤੇ ਕਿਸੇ ਇੱਕ ਅਲੱਗ ਪੀਸ ਦੇ ਤੌਰ ਤੇ ਵੱਡੇ ਨੂੰ ਕਰਨਾ ਔਖਾ ਸੀ, ਤਾਂ ਇਸ ਨੂੰ ਉਸੇ ਜਗ੍ਹਾ ਤੇ ਜਾ ਕੇ ਢਲਾਈ ਕਰਨ ਦੇ ਤੌਰ ਤੇ ਵਰਤਿਆ ਜਾਣ ਲੱਗ ਪਿਆ। ਤੇ ਉਸਨੇ ਕੀ ਕੀਤਾ, 1904 ਈਸਵੀ ਦੇ ਵਿੱਚ ਇੱਕ ਗੋਲਡਸਮਿਥ ਥਰਮਲ ਕੰਪਨੀ ਦੇ ਨਾਂ ਤੇ ਨਿਊਯਾਰਕ ਦੇ ਵਿੱਚ ਇੱਕ ਕੰਪਨੀ ਸ਼ੁਰੂ ਕਰ ਲਈ ਤੇ ਇਸ ਵੈਲਡਿੰਗ ਦਾ ਬਹੁਤ ਜ਼ਿਆਦਾ ਪ੍ਰਯੋਗ ਸ਼ੁਰੂ ਕਰਤਾ, ਜਿਹਦੇ ਨਾਲ ਕੀ ਹੋਇਆ, ਗਲੀਆਂ ਦੇ ਵਿੱਚ, ਸੜਕਾਂ ਦੇ ਵਿੱਚ, ਈਵਨ ਰੇਲਵੇ ਦੇ ਵਿੱਚ
ਇਸ ਨੂੰ ਬਹੁਤ ਜ਼ਿਆਦਾ ਯੂਜ਼ ਕਰਨਾ ਸ਼ੁਰੂ ਕਰਤਾ ਅਮਰੀਕਾ ਦੇ ਵਿੱਚ। ਇਸ ਤਰ੍ਹਾਂ ਦੇਖੋ ਤੁਹਾਡੇ ਸਾਹਮਣੇ ਆ ਰਹੀ ਹੈ, ਇਸ ਨੂੰ ਗਰਮ ਕੀਤਾ ਹੋਇਆ ਹੈ, ਇਹਦੇ ਵਿੱਚ ਰੇਲਵੇ ਦੀ ਅਸੀਂ ਜੋੜ ਦੇ ਕੰਮ ਆ ਰਹੇ ਹਾਂ। ਇਸ ਤੋਂ ਬਾਅਦ ਇਹਦੇ ਵਿੱਚ ਇਹ ਪ੍ਰੋਸੈਸ ਹੈ ਕੀ, ਇਸ ਪ੍ਰੋਸੈਸ ਬਾਰੇ ਅਸੀਂ ਜਾਣਦੇ ਹਾਂ ਤਾਂ ਸਭ ਤੋਂ ਪਹਿਲਾਂ ਕੀ ਹੁੰਦਾ ਹੈ, ਇਸ ਪ੍ਰੋਸੈਸ ਦੇ ਵਿੱਚ ਕੀ ਚੀਜ਼ ਹੁੰਦੀ ਹੈ, ਜਿਹੜੀਆਂ ਧਾਤਾਂ ਅਸੀਂ ਪਿਘਲਾ ਰਹੇ ਹਾਂ ਉਹਨਾਂ ਨੂੰ ਬਹੁਤ ਜ਼ਿਆਦਾ ਹੀਟ ਕੀਤਾ ਜਾਂਦਾ ਹੈ। ਹੀਟ ਕਰਕੇ ਕੀ ਕੀਤਾ ਜਾਂਦਾ ਹੈ, ਉਹਨਾਂ ਨੂੰ ਹੀਟ ਕਰਕੇ ਜਿਹੜਾ ਥਰਮਿਟ ਹੈਗਾ, ਥਰਮਿਟ ਦੇ ਵਿੱਚ ਰਿਐਕਸ਼ਨ ਹੁੰਦਾ ਹੈ ਹੀਟ ਕਰਕੇ। ਜਦੋਂ ਉਹ ਇੰਨੇ ਜ਼ਿਆਦਾ ਹੀਟ ਹੋ ਜਾਂਦੇ ਨੇ ਤਾਂ ਕੀ ਹੈ, ਧਾਤਾਂ ਪਿਘਲ ਕੇ ਬਿਲਕੁਲ ਲਿਕੁਇਡ ਸਟੇਜ ਦੇ ਵਿੱਚ ਆ ਜਾਂਦੀਆਂ ਨੇ। ਉਹ ਲਿਕੁਇਡ ਦੇ ਵਿੱਚ ਕੀ ਹੁੰਦਾ, ਉਹ ਪਿਘਲ ਕੇ ਇੰਨੀ ਨਰਮ ਹਾਲਤ 'ਚ ਆ ਜਾਂਦੀਆਂ ਨੇ, ਬਾਅਦ 'ਚ ਅਸੀਂ ਉਹਨੂੰ ਕਿਤੇ ਵੀ ਜਿਸ ਵੀ ਧਾਤ ਦੇ ਵਿੱਚ, ਜਿਸ ਵੀ ਜਗ੍ਹਾ ਦੇ ਵਿੱਚ ਜਾਂ ਜਿਸ ਵੀ ਮੋਲਡ ਦੇ ਵਿੱਚ ਉਹਨੂੰ ਸ਼ੇਪ ਦੇਣਾ ਚਾਹੀਏ ਅਸੀਂ ਦੇ ਸਕਦੇ ਹਾਂ। ਠੀਕ ਹੈ, ਉਹਦੇ ਵਿੱਚ ਕੀ ਹੁੰਦਾ, ਫਿਰ ਥਰਮਿਟ ਦੇ ਬਾਰੇ ਅਸੀਂ ਗੱਲ ਕਰਦੇ ਹਾਂ। ਥਰਮਿਟ ਜਿਹੜੀ ਚੀਜ਼ ਨੂੰ ਅਸੀਂ ਸੁਪਰ ਮੋਰ ਹੀਟਡ ਕਰ ਰਹੇ ਹਾਂ, ਬਹੁਤ ਜ਼ਿਆਦਾ ਗਰਮ ਕਰ ਰਹੇ ਹਾਂ, ਉਹਦੇ ਨਾਲ ਕੀ ਹੁੰਦਾ, ਉਹਦੇ ਵਿੱਚ ਕੀ ਚੀਜ਼ ਹੁੰਦੀ ਹੈ, ਉਹਦੇ ਵਿੱਚ ਆਇਰਨ ਆਕਸਾਈਡ ਹੁੰਦਾ ਔਰ ਐਲੂਮੀਨੀਅਮ ਹੁੰਦਾ, ਜਿਹੜਾ ਕਿ ਫਾਈਨ ਪਾਊਡਰ ਦੇ ਰੂਪ ਦੇ ਵਿੱਚ ਹੁੰਦਾ। ਇਹਦੇ ਨਾਲ ਕੀ ਹੁੰਦਾ, ਜਦੋਂ ਇਹ ਇੱਕ ਦੂਜੇ ਦੇ ਨਾਲ ਰਸਾਇਣਿਕ ਕਿਰਿਆ ਕਰਦੇ ਨੇ ਤਾਂ ਬਹੁਤ ਜ਼ਿਆਦਾ ਗਰਮੀ ਪੈਦਾ ਹੁੰਦੀ ਹੈ। ਉਹ ਗਰਮੀ ਨੂੰ ਫਿਰ ਅਸੀਂ ਉਹ ਧਾਤਾਂ ਨੂੰ ਪਿਘਲਾਉਣ ਦੇ ਲਈ ਵਰਤਦੇ ਹਾਂ ਔਰ ਉਹ ਧਾਤਾਂ ਪਿਘਲ ਕੇ ਜਦੋਂ ਬਿਲਕੁਲ ਨਰਮ ਹਾਲਤ ਦੇ ਵਿੱਚ ਆ ਜਾਂਦੀਆਂ ਨੇ ਤਾਂ ਜਿਹੜਾ ਕਿ ਅਸੀਂ ਜਿਸ ਜਗ੍ਹਾ ਤੇ ਰਿਪੇਅਰ ਕਰਨੀ ਹੁੰਦੀ ਹੈ ਜਾਂ ਕੋਈ ਨਵੀਂ ਚੀਜ਼ ਬਣਾਉਣੀ ਹੁੰਦੀ ਹੈ, ਉਸ ਜਗ੍ਹਾ ਤੇ ਇਹ ਪਿਘਲੀ ਹੋਈ ਧਾਤ ਪਾ ਦਿੱਤੀ ਜਾਂਦੀ ਹੈ ਤੇ ਉਹ ਜਦੋਂ ਥੋੜੀ ਦੇਰ ਬਾਅਦ ਇਹਨੂੰ ਉਸੇ ਤਰ੍ਹਾਂ ਰਹਿਣ ਦਿੱਤਾ ਜਾਂਦਾ ਹੈ ਤੇ ਜਦੋਂ ਉਹ ਕਾਫੀ ਦੇਰ ਬਾਅਦ ਰਹਿਣ ਤੋਂ ਬਾਅਦ ਇਹ ਜੰਮ ਜਾਂਦੀ ਹੈ, ਸੋਲਿਡ ਹੋ ਜਾਂਦੀ ਹੈ, ਤਾਂ ਇੱਕ ਬਹੁਤ ਮਜ਼ਬੂਤ ਜੁਆਇੰਟ ਲੱਗ ਜਾਂਦਾ ਹੈ ਜਾਂ ਨਵਾਂ ਪੀਸ ਬਣ ਜਾਂਦਾ ਹੈ। ਔਰ ਇਹ ਚੀਜ਼, ਇਸੇ ਚੀਜ਼ ਨੂੰ ਉਹਨੇ ਵਰਤ ਕੇ ਬੰਬਾਂ ਦੇ ਵਿੱਚ ਵੀ ਯੂਜ਼ ਕੀਤਾ, ਮਿਲਟਰੀ ਯੂਜ਼ ਕੀਤੇ, ਕਈ ਹੋਰ ਤਰ੍ਹਾਂ ਦੇ ਹਥਿਆਰ ਬਣਾਏ। ਈਵਨ ਬੰਬਾਂ ਦੇ ਵਿੱਚ ਵੀ ਉਸਨੇ ਇਹੀ ਚੀਜ਼ ਕੀਤੀ, ਇਹੀ ਮਿਕਸਚਰ ਯੂਜ਼ ਕੀਤਾ, ਜਿਸ ਨੂੰ ਥੋੜਾ ਜਿਹਾ ਗਰਮ ਕਰਦੇ ਸੀ ਤਾਂ ਇੰਨੀ ਜ਼ਿਆਦਾ ਹੀਟ ਪੈਦਾ ਹੁੰਦੀ ਸੀ ਜਿਹਦੇ ਨਾਲ ਕੀ ਹੈ, ਅੱਗੇ ਬਹੁਤ ਜ਼ਿਆਦਾ ਤਬਾਹੀ ਪੈਦਾ ਹੁੰਦੀ ਸੀ, ਗਰਮੀ ਦੇ ਕਰਕੇ ਇਹ ਫਟ ਜਾਂਦੇ ਸੀ। ਇਸੇ ਤਰ੍ਹਾਂ ਜਿਹੜਾ ਸਾਨੂੰ ਫਿਲਰ ਮੈਟਰ ਮਿਲਦਾ, ਇਹਦੇ ਵਿੱਚ ਜੋ ਚੀਜ਼ ਸਾਨੂੰ ਪਿਘਲਣ ਤੋਂ ਬਾਅਦ ਮਿਲਦੀ ਹੈ ਉਹ ਸਾਡੀ ਕੀ ਤਰਲ ਅਵਸਥਾ ਦੇ ਵਿੱਚ ਹੁੰਦੀ ਹੈ, ਜਿਸ ਨੂੰ ਕਿ ਅਸੀਂ ਤਰਲ ਅਵਸਥਾ ਨੂੰ ਜਿੱਥੇ ਮਰਜ਼ੀ ਜਿਸ ਮਰਜ਼ੀ ਸ਼ੇਪ ਦੇ ਵਿੱਚ ਪਾ ਸਕਦੇ ਹਾਂ। ਔਰ ਇਹ ਤਰੀਕਾ ਚੀਜ਼ਾਂ ਨੂੰ ਜੋੜਨ ਦੇ ਲਈ ਵਰਤਿਆ ਜਾਂਦਾ, ਪਰ ਇਹ ਜ਼ਿਆਦਾਤਰ ਕੇਸਾਂ ਦੇ ਵਿੱਚ ਕਾਸਟਿੰਗ ਕਰਨ ਦੇ ਲਈ ਵਰਤਿਆ ਜਾਂਦਾ ਹੈ। ਜਦੋਂ ਅਸੀਂ ਕਿਸੇ ਵੀ ਨਵੀਂ ਚੀਜ਼ ਨੂੰ ਬਣਾਉਣਾ ਹੈ, ਜਿਹੜੀ ਚੀਜ਼ ਸਾਡੀ ਆਮ ਢੰਗ ਨਾਲ ਬਣਾਈ ਨਹੀਂ ਜਾ ਸਕਦੀ, ਉਸਦਾ ਸਾਂਚਾ ਬਣਾਇਆ ਜਾਂਦਾ ਹੈ। ਉਹਦੇ ਵਿੱਚ ਇਹ ਚੀਜ਼ ਪਿਘਲਾ ਕੇ ਜਿਹੜੀ ਸਾਡੀ ਧਾਤ ਹੈ, ਜਿਸ ਧਾਤ ਦਾ ਵੀ ਅਸੀਂ ਬਣਾਉਣਾ ਹੈ, ਉਸ ਧਾਤ ਦਾ ਮਿਕਸਚਰ ਬਣਾ ਕੇ ਉਹਦੇ ਵਿੱਚ ਪਿਘਲਾਇਆ ਜਾਂਦਾ ਹੈ। ਪਿਘਲਾ ਕੇ ਉਹਨੂੰ ਉਸੇ ਢੰਗ ਨਾਲ ਉਹਦੇ ਵਿੱਚ ਰੱਖ ਦਿੱਤਾ ਜਾਂਦਾ ਹੈ। ਕਾਫੀ ਦੇਰ ਉਹ ਪਿਆ ਰਹਿੰਦਾ, 7-8 ਘੰਟੇ ਉਹਨੂੰ ਰੱਖਿਆ ਜਾਂਦਾ ਹੈ, ਜਿਹਦੇ ਨਾਲ ਕੀ ਹੁੰਦਾ, ਉਹ ਪਿਘਲ ਕੇ ਨਰਮ ਹਾਲਤ 'ਚ ਆ ਜਾਂਦਾ ਹੈ। ਫਿਰ ਠੰਡਾ ਹੋਣ ਤੋਂ ਬਾਅਦ ਜਿਵੇਂ ਜਿਵੇਂ ਠੰਡਾ ਹੁੰਦਾ ਹੈ ਉਹ ਢਾਂਚਾ ਉਸਦਾ ਰੂਪ ਲੈ ਲੈਂਦਾ। ਸਾਡੀ ਜਿਹੜੀ ਸੋਲਿਡ ਮੈਟਲ ਹੈ ਉਹ ਉਸੇ ਪੈਟਰਨ ਦਾ ਰੂਪ ਲੈ ਲੈਂਦੀ ਹੈ ਤੇ ਬਾਅਦ ਚੋਂ ਅਸੀਂ ਉਸ ਮੋਲਡ ਨੂੰ ਲੱਗ ਕਰ ਦਿੰਦੇ ਹਾਂ। ਮੋਲਡ ਲੱਗ ਕਰਨ ਤੋਂ ਬਾਅਦ ਉਹ ਸਾਡਾ ਢਾਂਚਾ ਜੋ ਵੀ ਹੁੰਦਾ ਉਸਦੇ ਵਿੱਚੋਂ ਅਸੀਂ ਫਾਲਤੂ ਚੀਜ਼ ਬਾਹਰ ਕੱਢ ਕੇ ਅਸੀਂ ਆਪਣਾ ਪੀਸ ਪ੍ਰਾਪਤ ਕਰ ਸਕਦੇ ਹਾਂ। ਇਹਦੇ ਵਿੱਚ ਹੁਣ ਮੇਨ ਪੁਆਇੰਟ ਕੀ ਚੀਜ਼ ਨੇ, ਦੇਖੋ ਇਹਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਵੀ ਥਰਮਲ ਵੈਲਡਿੰਗ ਸਾਡੀ ਹੁੰਦੀ ਕੀ ਚੀਜ਼ ਹੈ। ਅਸੀਂ ਜ਼ਿਆਦਾਤਰ ਵੈਲਡਿੰਗਾਂ ਦੇ ਬਾਰੇ ਪੜ੍ਹਿਆ ਹੈ। ਵੈਲਡਿੰਗਾਂ ਸਾਡੀਆਂ ਕਈ ਪ੍ਰਕਾਰ ਦੀਆਂ ਹੁੰਦੀਆਂ ਨੇ, ਜਿਵੇਂ ਕਈ ਵਾਰ ਆਉਂਦੇ ਆ, ਕਈ ਸਾਡੀ ਸਭ ਤੋਂ ਪਹਿਲੀ ਆਉਂਦੀ ਹੈ ਇਲੈਕਟ੍ਰਿਕ ਆਰਕ ਵੈਲਡਿੰਗ ਹੈ, ਜਿਹਦੇ ਵਿੱਚ ਅਸੀਂ ਬਿਜਲੀ ਦੀ ਵਰਤੋਂ ਕਰਦੇ ਹਾਂ ਧਾਤਾਂ ਨੂੰ ਪਿਘਲਾਉਣ ਦੇ ਲਈ। ਕਿਉਂਕਿ ਸਾਡਾ ਮੇਨ ਮਕਸਦ ਕੀ ਹੁੰਦਾ ਹੈ, ਵੈਲਡਿੰਗ ਦੇ ਵਿੱਚ ਜਿਹੜਾ ਮੇਨ ਮਕਸਦ ਹੁੰਦਾ ਹੈ ਉਹ ਹਮੇਸ਼ਾ ਹੁੰਦਾ ਧਾਤਾਂ ਨੂੰ ਪਿਘਲਾਉਣਾ। ਕਿਉਂਕਿ ਜਦੋਂ ਤੱਕ ਧਾਤਾਂ ਪਿਘਲਦੀਆਂ ਨਹੀਂ, ਪਿਘਲ ਕੇ ਉਹ ਨਰਮ ਹਾਲਤ ਦੇ ਵਿੱਚ ਨਹੀਂ ਆਉਂਦੀਆਂ, ਉਦੋਂ ਤੱਕ ਉਹਨਾਂ ਨੂੰ ਜੋੜਨ ਦਾ ਕੰਮ ਸੰਭਵ ਨਹੀਂ ਹੋ ਸਕਦਾ। ਅਸੀਂ ਕਦੇ ਵੀ ਸੋਲਿਡ ਪੀਸ ਦੇ ਵਿੱਚ ਕਦੇ ਵੀ ਦੋ ਧਾਤਾਂ ਨੂੰ ਨਹੀਂ ਮਿਲਾ ਸਕਦੇ। ਇਸ ਲਈ ਹਮੇਸ਼ਾ ਉਹਨਾਂ ਨੂੰ ਹੀਟ ਕਰਕੇ, ਕਿਸੇ ਵੀ ਢੰਗ ਨਾਲ ਹੀਟ ਕਰਕੇ ਉਹਨਾਂ ਨੂੰ ਪਹਿਲਾਂ ਤਰਲ ਪਦਾਰਥ ਦੇ ਰੂਪ ਵਿੱਚ ਲਿਆਇਆ ਜਾਂਦਾ, ਫਿਰ ਉਹ ਇੱਕ ਦੂਜੇ ਦੇ ਵਿੱਚ ਮਿਕਸ ਹੁੰਦੀਆਂ ਨੇ ਤੇ ਫਿਰ ਠੰਡਾ ਹੋਣ ਤੋਂ ਬਾਅਦ ਇੱਕ ਜੁਆਇੰਟ ਲੱਗਦਾ। ਇਸੇ ਤਰ੍ਹਾਂ ਇਹਦੇ ਵਿੱਚ ਕੀ ਚੀਜ਼ ਹੁੰਦੀ ਹੈ, ਕਈ ਵਾਰ ਅਸੀਂ ਗੈਸਾਂ ਦੀ ਵਰਤੋਂ ਕਰਦੇ ਹਾਂ, ਕਈ ਵਾਰ ਅਸੀਂ ਕੋਈ ਹੋਰ ਲੇਜ਼ਰ ਬੀਮਸ ਦੀ ਵਰਤੋਂ ਕਰਦੇ ਹਾਂ, ਇਲੈਕਟ੍ਰੋਨਸ ਦੀ ਵਰਤੋਂ ਕਰਦੇ ਹਾਂ। ਲੇਕਿਨ ਇੱਕ ਥਰਮਲ ਵੈਲਡਿੰਗ ਹੀ ਇੱਕ ਇਹੋ ਜਿਹਾ ਤਰੀਕਾ ਹੈ ਜਿਹਦੇ ਵਿੱਚ ਨਾ ਤਾਂ ਅਸੀਂ ਬਿਜਲੀ ਦੀ ਵਰਤੋਂ ਕਰਦੇ ਹਾਂ ਧਾਤਾਂ ਨੂੰ ਪਿਘਲਾਉਣ ਦੇ ਲਈ, ਨਾ ਅਸੀਂ ਗੈਸਾਂ ਦੀ ਵਰਤੋਂ ਕਰਦੇ ਹਾਂ। ਇਹ ਇੱਕ ਬਿਲਕੁਲ ਹੀ ਅਲੱਗ ਤਰੀਕਾ ਹੈ। ਲੇਕਿਨ ਕੀ ਹੈ, ਇਹ ਥਰਮਲ ਵੈਲਡਿੰਗ ਜਿਹੜੀ ਹੈਗੀ ਹੈ ਸਾਡੀ, ਇਹ ਇੱਕ ਤਰ੍ਹਾਂ ਦੀ ਫਿਊਜ਼ਨ ਵੈਲਡਿੰਗ ਹੈ। ਫਿਊਜ਼ਨ ਵੈਲਡਿੰਗ ਪ੍ਰੋਸੈਸ ਹੈ
ਜਿਹਦੇ ਵਿੱਚ ਕੀ ਕੀਤਾ ਜਾਂਦਾ ਹੈ, ਜਿਹੜੇ ਜੁੜਨ ਵਾਲੇ ਪੀਸ ਹੁੰਦੇ ਨੇ ਉਹਨਾਂ ਨੂੰ ਇੰਨਾ ਗਰਮ ਕਰਦੇ ਆ, ਨੇੜੇ ਰੱਖ ਕੇ ਇੰਨਾ ਜ਼ਿਆਦਾ ਗਰਮ ਕੀਤਾ ਜਾਂਦਾ ਹੈ ਤੇ ਉਹ ਪਿਘਲ ਕੇ ਬਿਲਕੁਲ ਨਰਮ ਹਾਲਤ ਵਿੱਚ ਆ ਜਾਂਦੇ। ਜਦੋਂ ਨਰਮ ਹਾਲਤ ਦੇ ਵਿੱਚ ਆ ਜਾਂਦੇ ਨੇ, ਪਿਘਲ ਕੇ ਲਿਕੁਇਡ ਸਟੇਜ ਦੇ ਵਿੱਚ ਆ ਜਾਂਦੇ ਨੇ, ਫਿਰ ਉਹਨਾਂ ਨੂੰ ਆਪਸ ਵਿੱਚ ਮਿਕਸ ਕੀਤਾ ਜਾਂਦਾ ਹੈ। ਮਿਕਸ ਆਪਣੇ ਆਪ ਹੋ ਜਾਂਦੇ ਨੇ, ਕਈ ਵਾਰ ਸਾਨੂੰ ਕੁਝ ਪ੍ਰੈਸ਼ਰ ਵੀ ਦੇਣਾ ਪੈਂਦਾ ਹੈ, ਪਰ ਉਹਦੇ ਵਿੱਚ ਕੀ ਹੁੰਦਾ ਹੈ, ਪਿਘਲਣ ਤੋਂ ਬਾਅਦ ਅਸੀਂ ਉਹਨਾਂ ਨੂੰ ਉਵੇਂ ਦਾ ਉਵੇਂ ਰੱਖ ਦੇਣਾ ਹੁੰਦਾ ਹੈ। ਕੋਈ 6 ਘੰਟੇ 7 ਘੰਟੇ 8 ਘੰਟੇ ਇੰਨੀ ਦੇਰ ਅਸੀਂ ਰੱਖਣਾ ਪੈਂਦਾ ਹੈ। ਉਸ ਤੋਂ ਬਾਅਦ ਜਦੋਂ ਹੌਲੀ ਹੌਲੀ ਇਹ ਸਾਡਾ ਮਿਕਸਚਰ ਠੰਡਾ ਹੋ ਜਾਂਦਾ ਹੈ ਤਾਂ ਕੀ ਹੈ, ਉਹ ਇੱਕ ਪੂਰੀ ਵੈਲਡਿੰਗ ਦਾ ਰੂਪ ਲੈ ਲੈਂਦਾ, ਉਹ ਜੁਆਇੰਟ ਲੱਗ ਜਾਂਦਾ। ਜਿਹੜੇ ਪੀਸਾਂ ਨੂੰ ਅਸੀਂ ਜੋੜ ਰਹੇ ਹਾਂ ਉਹ ਵੀ ਪਿਘਲ ਰਹੇ ਨੇ, ਜਿਹੜਾ ਅਸੀਂ ਫਿਲਰ ਮੈਟਲ ਯੂਜ਼ ਕਰ ਰਹੇ ਹਾਂ ਉਹ ਵੀ ਪਿਘਲ ਰਿਹਾ ਹੈ। ਉਹ ਪਿਘਲ ਕੇ ਸਾਰੀਆਂ ਚੀਜ਼ਾਂ ਸਾਡੀਆਂ ਲਿਕੁਇਡ ਸਟੇਜ ਦੇ ਵਿੱਚ ਆਉਂਦੀਆਂ ਨੇ, ਤਰਲ ਪਦਾਰਥ ਤਰਲ ਰੂਪ ਦੇ ਵਿੱਚ ਆਉਂਦੀਆਂ ਨੇ, ਜਿਹਦੇ ਕਰਕੇ ਇਸੇ ਕਰਕੇ ਇਸ ਨੂੰ ਫਿਊਜ਼ਨ ਵੈਲਡਿੰਗ ਕਿਹਾ ਜਾਂਦਾ ਹੈ, ਕਿਉਂਕਿ ਉਹ ਤਰਲ ਅਵਸਥਾ ਦੇ ਵਿੱਚ ਆ ਕੇ ਇੱਕ ਦੂਜੇ ਦੇ ਵਿੱਚ ਮਿਲ ਜਾਂਦੀਆਂ ਨੇ, ਜਿਹਨੂੰ ਕਹਿੰਦੇ ਫਿਊਜ਼ ਹੋ ਜਾਣਾ। ਇਸ ਤੋਂ ਇਲਾਵਾ ਇਸ ਤਰੀਕੇ ਨੂੰ ਅਸੀਂ ਐਕਸੋਥਰਮਿਕ ਵੈਲਡਿੰਗ ਵੀ ਕਹਿੰਦੇ ਆ ਜਾਂ ਬੌਂਡਿੰਗ ਵੀ ਕਹਿੰਦੇ ਆ। ਕਿਉਂਕਿ ਐਕਸੋਥਰਮਿਕ ਵੈਲਡਿੰਗ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਐਕਸੋਥਰਮਿਕ ਦਾ ਮਤਲਬ ਹੁੰਦਾ ਬਹੁਤ ਜ਼ਿਆਦਾ ਹੀਟ ਨਿਕਲਣਾ। ਰਸਾਇਣਿਕ ਕਿਰਿਆ ਦੇ ਵਿੱਚ ਐਕਸੋਥਰਮਿਕ ਇਸ ਵਾਸਤੇ ਕਿਹਾ ਜਾਂਦਾ ਹੈ ਵੀ ਬਹੁਤ ਜ਼ਿਆਦਾ ਹੀਟ ਨਿਕਲਦੀ ਹੈ। ਜਦੋਂ ਅਸੀਂ ਦੋ ਚੀਜ਼ਾਂ ਜਿਨ੍ਹਾਂ ਦਾ ਆਪਸ ਦੇ ਵਿੱਚ ਅਸੀਂ ਰਸਾਇਣਿਕ ਕਿਰਿਆ ਕਰਦੇ ਹਾਂ, ਉਹ ਰਸਾਇਣਿਕ ਕਿਰਿਆ ਦੇ ਨਾਲ ਇੰਨੀ ਜ਼ਿਆਦਾ એનર્ਜੀ ਪੈਦਾ ਹੁੰਦੀ ਹੈ, ਇੰਨੀ ਜ਼ਿਆਦਾ ਹੀਟ ਪੈਦਾ ਹੁੰਦੀ ਹੈ, ਉਹ ਕੀ ਹੈ, ਉਸ ਹੀਟ ਨੂੰ ਅਸੀਂ ਵੈਲਡਿੰਗ ਕਰਨ ਦੇ ਕੰਮ ਲੈਂਦੇ ਹਾਂ ਜਾਂ ਢਲਾਈ ਦੇ ਕੰਮ ਲੈਂਦੇ ਹਾਂ। ਇਸ ਕਰਕੇ ਇਹਦਾ ਦੂਜਾ ਨਾਮ ਐਕਸੋਥਰਮਿਕ ਵੈਲਡਿੰਗ ਵੀ ਕਿਹਾ ਜਾਂਦਾ ਹੈ। ਇਹਨੂੰ ਬੌਂਡਿੰਗ ਵੀ ਕਿਹਾ ਜਾਂਦਾ ਹੈ। ਬੌਂਡਿੰਗ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਜਦੋਂ ਉਹ ਧਾਤਾਂ ਪਿਘਲ ਜਾਂਦੀਆਂ, ਸਾਡੀਆਂ ਜਿਹੜੀਆਂ ਚੀਜ਼ਾਂ ਨੂੰ ਅਸੀਂ ਜੋੜਨਾ ਹੁੰਦਾ ਉਹ ਵੀ ਪਿਘਲ ਜਾਂਦੀਆਂ, ਉਹ ਪਿਘਲ ਕੇ ਇੱਕ ਦੂਜੇ ਨਾਲ ਇੰਨਾ ਵਧੀਆ ਬੌਂਡ ਬਣਾ ਲੈਂਦੇ ਨੇ ਵੀ ਅਸੀਂ ਮੁੜ ਕੇ ਉਹਨਾਂ ਨੂੰ ਅਲੱਗ ਨਹੀਂ ਕਰ ਸਕਦੇ, ਕਿਉਂਕਿ ਉਹ ਤਰਲ ਰੂਪ ਦੇ ਵਿੱਚ ਆ ਜਾਂਦੀਆਂ ਨੇ। ਇਹ ਇੰਨਾ ਵਧੀਆ ਬੌਂਡ ਬਣ ਜਾਂਦਾ ਹੈ, ਉਸ ਤੋਂ ਬਾਅਦ ਇਹ ਬਿਲਕੁਲ ਸੇਮ ਚੀਜ਼ ਬਣ ਜਾਂਦੀ ਹੈ, ਜਿਸ ਨੂੰ ਅਲੱਗ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇਸੇ ਕਰਕੇ ਇਹ ਜਿਹੜਾ ਪ੍ਰੋਸੈਸ ਹੈ, ਇਹ ਬਹੁਤ ਭਾਰੀ ਚੀਜ਼ਾਂ ਲਈ ਜਾਂ ਬਹੁਤ ਵੱਡੇ ਵੱਡੇ ਸਟਰਕਚਰਸ ਨੂੰ ਅਸੀਂ ਵੈਲਡਿੰਗ ਕਰਨ ਦੇ ਬਹੁਤ ਕੰਮ ਆਉਂਦਾ ਹੈ। ਕਈ ਵਾਰ ਕੀ ਹੁੰਦਾ ਹੈ, ਸਾਡੇ ਐਸੇ ਸਟਰਕਚਰ ਹੁੰਦੇ ਨੇ ਜਾਂ ਭਾਰੀ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਕਿਤੇ ਐਸੀ ਦੂਰ ਦਰਾਡੇ ਜਗ੍ਹਾ ਤੇ ਪਈਆਂ ਹੁੰਦੀਆਂ ਨੇ, ਜਿਨ੍ਹਾਂ ਨੂੰ ਅਸੀਂ ਵਰਕਸ਼ਾਪ ਦੇ ਵਿੱਚ ਲੈ ਕੇ ਜਾਣਾ ਮੁਸ਼ਕਿਲ ਹੁੰਦਾ ਹੈ, ਕਿਉਂਕਿ ਉਸ ਤੇ ਖਰਚਾ ਬਹੁਤ ਹੁੰਦਾ ਹੈ। ਕਈ ਵਾਰ ਸਾਡੇ ਕੋਲ ਸਾਧਨ ਵੀ ਅਵੇਲੇਬਲ ਨਹੀਂ ਹੁੰਦੇ। ਉਹਦੇ ਨਾਲ ਕੀ ਚੀਜ਼ ਹੁੰਦੀ ਹੈ, ਅਸੀਂ ਉਹਨਾਂ ਚੀਜ਼ਾਂ ਨੂੰ ਵੈਲਡਿੰਗ ਨਹੀਂ ਕਰ ਸਕਦੇ। ਸਾਡੇ ਕੋਲ ਉੱਥੇ ਸੈੱਟ ਲੈ ਕੇ ਜਾਣੇ ਔਖੇ ਨੇ। ਕਈ ਵਾਰ ਸਾਨੂੰ ਇਹ ਵੀ ਦਿੱਕਤ ਆਉਂਦੀ ਹੈ ਵੀ ਉੱਥੇ ਸਾਡੇ ਕੋਲ ਬਿਜਲੀ ਦੀ ਕੋਈ ਅਵੇਲੇਬਿਲਿਟੀ ਨਹੀਂ ਹੁੰਦੀ, ਬਿਜਲੀ ਸਾਨੂੰ ਪ੍ਰਾਪਤ ਨਹੀਂ ਹੁੰਦੀ। ਗੈਸ ਸਿਲੰਡਰ ਵੀ ਲੈ ਕੇ ਜਾਣੇ ਔਖੇ ਹੁੰਦੇ ਨੇ। ਫਿਰ ਅਸੀਂ ਕੀ ਕਰਦੇ ਹਾਂ, ਉਸ ਜਗ੍ਹਾ ਤੇ ਅਸੀਂ ਕਿਸੇ ਵੀ ਸਾਧਨ ਰਾਹੀਂ ਕੋਈ ਵੀ ਚੀਜ਼ ਸਾਡੇ ਕੋਲ, ਚਾਹੇ ਸੁੱਕੀਆਂ ਲੱਕੜੀਆਂ ਨੇ, ਕੁਝ ਵੀ ਹੈ, ਪੱਤੇ ਆ, ਜੋ ਵੀ ਹੈ, ਉਸ ਦੇ ਨਾਲ ਅਸੀਂ ਇਸ ਮਿਕਸਚਰ ਨੂੰ ਹੀਟ ਕਰ ਸਕਦੇ ਹਾਂ। ਹੀਟ ਕਰਕੇ ਅਸੀਂ ਇਹਨੂੰ ਪਿਘਲੀ ਹੋਈ ਅਵਸਥਾ ਦੇ ਵਿੱਚ ਲਿਆਉਣਾ, ਔਰ ਪਿਘਲੀ ਹੋਈ ਅਵਸਥਾ 'ਚ ਲਿਆ ਕੇ ਜਿਸ ਜਗ੍ਹਾ ਤੇ ਟੁੱਟਿਆ ਉਸ ਜਗ੍ਹਾ ਤੇ ਅਸੀਂ ਇਹਨੂੰ ਭਰ ਦੇਣਾ। ਇਸੇ ਕਰਕੇ ਇਹਨੂੰ ਫਿਲਰ ਮੈਟਲ ਦੇ ਤੌਰ ਤੇ ਅਸੀਂ ਵਰਤ ਰਹੇ ਹਾਂ ਪਾਊਡਰ ਦੇ ਵਿੱਚ। ਇਹਦੇ ਨਾਲ ਕੀ ਹੁੰਦਾ, ਇਸ ਤਰੀਕੇ ਦੇ ਵਿੱਚ ਸਾਨੂੰ ਕੋਈ ਇਲੈਕਟ੍ਰੋਡ ਨਹੀਂ ਚਾਹੀਦਾ, ਕੋਈ ਸਾਨੂੰ ਬਿਜਲੀ ਦੀ ਸਪਲਾਈ ਨਹੀਂ ਚਾਹੀਦੀ। ਜਿਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਹਾਂ, ਅਸੀਂ ਇਲੈਕਟ੍ਰਿਕ ਆਰਕ ਵੈਲਡਿੰਗ ਕਰਦੇ ਹਾਂ, ਇਲੈਕਟ੍ਰਿਕ ਰੈਜ਼ਿਸਟੈਂਸ ਵੈਲਡਿੰਗ ਕਰਦੇ ਹਾਂ, ਜਾਂ ਹੋਰ ਕਈ ਤਰ੍ਹਾਂ ਦੀਆਂ ਵੈਲਡਿੰਗਾਂ ਅੱਜ ਕੱਲ੍ਹ ਆਧੁਨਿਕ ਵੈਲਡਿੰਗਾਂ ਅਸੀਂ ਵਰਤ ਰਹੇ ਹਾਂ। ਸਮਰਜਡ ਆਰਕ ਵੈਲਡਿੰਗ ਹੈ, ਮਿਗ ਹੈ, ਟਿਗ ਹੈ। ਉਸ ਤੋਂ ਇਲਾਵਾ ਹੋਰ ਲੇਜ਼ਰ ਬੀਮ ਵੈਲਡਿੰਗ ਵੀ ਵਰਤਦੇ ਹਾਂ ਅਸੀਂ। ਉਸ ਤੋਂ ਬਾਅਦ ਇਲੈਕਟ੍ਰੋਨ ਬੀਮ ਵੈਲਡਿੰਗ ਵੀ ਵਰਤਦੇ ਹਾਂ। ਇਹਨਾਂ ਸਾਰੀਆਂ ਵੈਲਡਿੰਗਾਂ ਦੇ ਵਿੱਚ ਸਾਡੀ ਮੁੱਖ ਜ਼ਰੂਰਤ ਬਿਜਲੀ ਹੁੰਦੀ ਹੈ। ਲੇਕਿਨ ਕਈ ਜਗ੍ਹਾ ਤੇ ਐਸੀ ਜਗ੍ਹਾ ਵੀ ਸਾਡੇ ਕੋਲ ਹੋ ਸਕਦੀ ਹੈ ਜਿੱਥੇ ਸਾਡੇ ਕੋਲ ਬਿਜਲੀ ਨਾ ਹੋਵੇ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਕਿਸੇ ਐਸੇ ਦੂਰ ਦਰਾਡੇ ਜਗ੍ਹਾ ਤੇ ਕੋਈ ਚੀਜ਼ਾਂ, ਸਾਡੀਆਂ ਮਸ਼ੀਨ ਐਸੀ ਟੁੱਟ ਗਈ ਜਾਂ ਸਾਡੀ ਰੇਲਵੇ ਲਾਈਨ ਟੁੱਟ ਗਈ, ਜਿਸ ਜਗ੍ਹਾ ਤੇ ਅਸੀਂ ਆਵਾਜਾਈ ਪ੍ਰਭਾਵਿਤ ਹੋ ਗਈ, ਲੇਕਿਨ ਅਸੀਂ ਉਸ ਜਗ੍ਹਾ ਤੇ ਇਮੀਡੀਏਟਲੀ ਰਿਪੇਅਰ ਕਰਨੀ ਹੈ ਜਾਂ ਉਸ ਪੀਸ ਨੂੰ ਬਦਲਣਾ ਹੈ, ਤਾਂ ਉੱਥੇ ਅਸੀਂ ਨਾ ਤਾਂ ਮਸ਼ੀਨ ਲੈ ਕੇ ਜਾ ਸਕਦੇ ਹਾਂ ਛੇਤੀ ਛੇਤੀ, ਨਾ ਸਾਡੇ ਕੋਲ ਕੋਈ ਗੈਸ ਵੈਲਡਿੰਗ ਦੇ ਸਾਧਨ ਨੇ। ਔਰ ਕਈ ਵਾਰ ਕੀ ਹੈ, ਜਿਹੜੀਆਂ ਸਾਡੀਆਂ ਆਧੁਨਿਕ ਮਸ਼ੀਨਾਂ ਨੇ, ਜਿਵੇਂ ਇਲੈਕਟ੍ਰੋਨ ਬੀਮ ਵੈਲਡਿੰਗ ਹੈ ਜਾਂ ਲੇਜ਼ਰ ਬੀਮ ਵੈਲਡਿੰਗ ਹੈ, ਇਹ ਸਾਰੀਆਂ ਚੀਜ਼ਾਂ ਉੱਥੇ ਲਿਜਾਣੀਆਂ ਮੁਸ਼ਕਿਲ ਹੈ, ਕਿਉਂਕਿ ਇਹ ਸਾਰੀਆਂ ਵੈਕਿਊਮ ਦੇ ਵਿੱਚ ਕੰਮ ਕਰਦੀਆਂ ਨੇ। ਉੱਥੇ ਅਸੀਂ ਐਸੀ ਚੀਜ਼ ਕ੍ਰੀਏਟ ਨਹੀਂ ਕਰ ਸਕਦੇ। ਉਹੋ ਜਿਹੀ ਜਗ੍ਹਾ ਤੇ ਫਿਰ ਸਾਡੇ ਲਈ ਇਹ ਵੈਲਡਿੰਗ ਇੱਕ ਬਹੁਤ ਵਧੀਆ ਢੰਗ ਨਾਲ ਕੰਮ ਆਉਂਦੀ ਹੈ। ਔਰ ਇਹਦੇ ਵਿੱਚ ਦੇਖੋ, ਸਾਨੂੰ ਕੋਈ ਇਲੈਕਟ੍ਰੋਡ ਨਹੀਂ ਵਰਤਣ ਦੀ ਪੈਂਦੀ, ਕੋਈ ਫਲਕਸ ਨਹੀਂ ਵਰਤਣ ਦੀ ਜ਼ਰੂਰਤ ਪੈਂਦੀ, ਕੋਈ ਸਾਨੂੰ ਅਲੱਗ ਕੋਈ ਬਿਜਲੀ ਦੀ ਸਪਲਾਈ ਨਹੀਂ ਚਾਹੀਦੀ ਕਿਸੇ ਵੀ ਤਰ੍ਹਾਂ ਦੀ।
ਇਸ ਤੋਂ ਬਾਅਦ ਹੁਣ ਇਹਦੇ ਵਿੱਚ ਆਉਂਦਾ ਇਹਦਾ ਸਿਧਾਂਤ ਕੀ ਹੈ। ਇਸ ਵੈਲਡਿੰਗ ਬਾਰੇ ਆਪਾਂ ਗੱਲ ਕਰਦੇ ਹਾਂ। ਇਸ ਦੇ ਵਿੱਚ ਕੀ ਹੈ, ਜਦੋਂ ਵੀ ਦੋ ਧਾਤਾਂ ਦੇ ਵਿੱਚ ਦੋ ਧਾਤਾਂ ਦੇ ਜਿਹੜੇ ਆਕਸਾਈਡ ਨੇ, ਇੱਕ ਆਇਰਨ ਦਾ ਆਕਸਾਈਡ ਹੈ, ਇੱਕ ਐਲੂਮੀਨੀਅਮ ਦਾ ਹੈ, ਇਹਨਾਂ ਸਾਰਿਆਂ ਨੂੰ ਅਸੀਂ ਪਾਊਡਰ ਸ਼ੇਪ ਦੇ ਵਿੱਚ ਲੈਣਾ ਹੈ। ਇਹਨਾਂ ਨੂੰ ਪਾਊਡਰ ਕੀਤਾ ਹੋਇਆ ਹੈ। ਇਹਨਾਂ ਦੇ ਪਾਊਡਰ ਨੂੰ ਜਦੋਂ ਆਪਸ ਦੇ ਵਿੱਚ ਮਿਲਾਇਆ ਜਾਂਦਾ ਹੈ ਤਾਂ ਕੀ ਹੁੰਦਾ ਹੈ, ਉਹ ਇੱਕ ਦੂਜੇ ਦੇ ਨਾਲ ਰਸਾਇਣਿਕ ਕਿਰਿਆ ਕਰਦੇ ਨੇ, ਔਰ ਉਹ ਰਸਾਇਣਿਕ ਕਿਰਿਆ ਦੇ ਨਾਲ ਬਹੁਤ ਜ਼ਿਆਦਾ ਹੀਟ ਪੈਦਾ ਹੁੰਦੀ ਹੈ। ਇਹਦੇ ਵਿੱਚ ਕੀ ਚੀਜ਼ ਹੈ, ਦੇਖੋ ਇਹਦੇ ਵਿੱਚ ਮੈਟਲ ਆਕਸਾਈਡ ਵਰਤਿਆ ਜਾਂਦਾ ਹੈ, ਇੱਕ ਆਦਾ ਵਰਤਿਆ ਜਾਂਦਾ ਆਇਰਨ ਆਕਸਾਈਡ ਦਾ, ਕਿਉਂਕਿ ਜ਼ਿਆਦਾਤਰ ਕੇਸਾਂ ਦੇ ਵਿੱਚ ਅਸੀਂ ਲੋਹੇ ਦੀ ਹੀ ਵੈਲਡਿੰਗ ਕਰਨੀ ਹੁੰਦੀ ਹੈ। ਚਾਹੇ ਸਾਡੇ ਵੱਡੇ ਵੱਡੇ ਸਟਰਕਚਰ ਨੇ, ਚਾਹੇ ਸਾਡੀਆਂ ਵੱਡੀਆਂ ਵੱਡੀਆਂ ਮਸ਼ੀਨਾਂ ਨੇ, ਜਾਂ ਸਾਡੀਆਂ ਰੇਲਵੇ ਦੀਆਂ ਲਾਈਨਾਂ ਨੇ, ਅਸੀਂ ਜਾਣਦੇ ਹਾਂ ਕਿ ਸਾਰੀਆਂ ਹੀ ਲੋਹੇ ਦੀਆਂ ਜਾਂ ਲੋਹੇ ਦੀਆਂ ਮਿਕਸ ਧਾਤਾਂ ਤੋਂ ਬਣੀਆਂ ਹੁੰਦੀਆਂ। ਔਰ ਦੂਜਾ, ਇਹਦੇ ਨਾਲ ਇੱਕ ਰਿਐਕਸ਼ਨ ਕਰਨ ਦੇ ਲਈ ਅਸੀਂ ਯੂਜ਼ ਕਰਦੇ ਹਾਂ, ਵਰਤਦੇ ਹਾਂ, ਐਲੂਮੀਨੀਅਮ ਦੀ ਵਰਤੋਂ ਕਰਦੇ ਹਾਂ, ਕਿਉਂਕਿ ਐਲੂਮੀਨੀਅਮ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਕਿ ਆਕਸੀਜਨ ਦੇ ਨਾਲ ਬਹੁਤ ਛੇਤੀ ਅਸਰ ਕਰਦੀ ਹੈ। ਔਰ ਇਹਨਾਂ ਦੋਨਾਂ ਦਾ ਰਿਐਕਸ਼ਨ ਇੰਨੀ ਛੇਤੀ ਹੁੰਦਾ ਹੈ ਜਿਹਦੇ ਨਾਲ ਕੀ ਹੈ, ਇਹ ਬਹੁਤ ਜ਼ਿਆਦਾ ਹੀਟ ਪੈਦਾ ਹੁੰਦੀ ਹੈ, ਕਿਉਂਕਿ ਜਿਹੜੀ ਐਲੂਮੀਨੀਅਮ ਹੈ ਉਹ ਆਕਸੀਜਨ ਦੇ ਨਾਲ ਇੰਨੀ ਛੇਤੀ ਰਿਐਕਟ ਕਰਦਾ ਹੈ, ਜਿਹੜਾ ਕਿ ਸਾਡੀ ਥਰਮਲ ਵੈਲਡਿੰਗ ਦਾ ਆਧਾਰ ਬਣਦਾ ਹੈ। ਦੇਖੋ ਜਿਵੇਂ ਆ ਸਾਡੇ ਨੀਚੇ ਤੁਹਾਨੂੰ ਰਿਐਕਸ਼ਨ ਦਿਖਾਇਆ ਹੋਇਆ ਹੈ, ਇਹਦੇ ਵਿੱਚ ਆਇਰਨ ਆਕਸਾਈਡ ਹੈ Fe2O3। ਇਹ ਆਇਰਨ ਆਕਸਾਈਡ ਆ ਸਾਡਾ ਦੋ ਰੂਪ ਦੇ ਵਿੱਚ ਮਿਲਦਾ ਹੈ, ਇੱਕ Fe2O3 ਦੇ ਰੂਪ ਵਿੱਚ ਮਿਲਦਾ ਹੈ ਤੇ ਦੂਸਰਾ Fe3O4 ਦੇ ਵਿੱਚ ਮਿਲਦਾ ਹੈ, ਜਿਹਨੂੰ ਅਸੀਂ ਆਇਰਨ ਆਕਸਾਈਡ ਕਹਿੰਦੇ ਹਾਂ। ਇਹਦੇ ਵਿੱਚ ਐਲੂਮੀਨੀਅਮ ਜਦੋਂ ਮਿਲਾਇਆ ਜਾਂਦਾ ਹੈ, ਇਹ ਦੋਨੇ ਚੀਜ਼ਾਂ ਸਾਡੀਆਂ ਪਾਊਡਰ ਰੂਪ ਦੇ ਵਿੱਚ ਨੇ, ਪਾਊਡਰ ਰੂਪ ਦੇ ਵਿੱਚ ਨੇ, ਸੋਲਿਡ ਸ਼ੇਪ ਦੇ ਵਿੱਚ ਨਹੀਂ ਹੁੰਦੀਆਂ ਕਦੇ ਵੀ। ਇਹਨਾਂ ਦੋਨਾਂ ਨੂੰ ਜਦੋਂ ਅਸੀਂ ਨੇੜੇ ਲੈ ਕੇ ਆਉਂਦੇ ਹਾਂ ਤਾਂ ਕੀ ਹੁੰਦਾ ਹੈ, ਜਦੋਂ ਰਿਐਕਸ਼ਨ ਹੁੰਦਾ ਹੈ ਤਾਂ ਕੀ ਹੈ, ਐਲੂਮੀਨੀਅਮ ਆਕਸਾਈਡ ਬਣ ਜਾਂਦਾ ਹੈ, ਆਇਰਨ ਪਿਓਰ ਬਣ ਜਾਂਦਾ ਹੈ, ਪਲੱਸ ਸਾਡੀ ਹੀਟ ਨਿਕਲਦੀ ਹੈ ਬਹੁਤ ਜ਼ਿਆਦਾ। ਆਪਣੇ ਸਾਹਮਣੇ ਦੇਖੋ ਇਕੁਏਸ਼ਨ ਦੇ ਵਿੱਚ ਦਿਖ ਰਿਹਾ ਹੈ 181.5 ਕਿਲੋ ਕੈਲੋਰੀ ਹੀਟ ਨਿਕਲਦੀ ਹੈ, ਔਰ ਦੂਸਰੇ ਰਿਐਕਸ਼ਨ ਦੇ ਵਿੱਚ 719.3 ਕਿਲੋ ਕੈਲੋਰੀ ਸਾਡੀ ਹੀਟ ਨਿਕਲਦੀ ਹੈ। ਇਹ ਬਹੁਤ ਜ਼ਿਆਦਾ ਹੀਟ ਹੈ, ਜਿਹਦੇ ਨਾਲ ਕੀ ਚੀਜ਼ ਹੁੰਦੀ ਹੈ, ਸਾਡਾ ਟੈਂਪਰੇਚਰ ਬਹੁਤ ਜ਼ਿਆਦਾ ਪੈਦਾ ਹੁੰਦਾ ਹੈ। 3000 ਡਿਗਰੀ ਸੈਲਸੀਅਸ ਦੇ ਕਰੀਬ ਸਾਡਾ ਤਾਪਮਾਨ ਪੈਦਾ ਹੋ ਜਾਂਦਾ ਹੈ, ਜਿਹੜਾ ਕਿ ਸਾਡਾ ਇਹਨਾਂ ਧਾਤਾਂ ਨੂੰ ਪਿਘਲਾਉਣ ਦੇ ਲਈ ਬਹੁਤ ਜ਼ਿਆਦਾ ਹੁੰਦਾ ਹੈ, ਬਹੁਤ ਜ਼ਿਆਦਾ। ਈਵਨ ਇਹਦੇ ਨਾਲ ਕੀ ਹੁੰਦਾ ਹੈ, ਜੇ ਅਸੀਂ ਕੋਈ ਹੋਰ ਧਾਤ ਵੀ ਜਿਹੜੇ ਟੁਕੜੇ ਇਹਦੇ ਨਾਲ ਜੋੜਨੇ ਨੇ, ਅਗਰ ਉਹਨਾਂ ਦੇ ਨਾਲ ਵੀ ਰੱਖਦੇ ਹਾਂ ਤਾਂ ਉਹ ਸਿਰੇ ਵੀ ਸਾਡੇ ਛੇਤੀ ਪਿਘਲ ਜਾਂਦੇ ਨੇ। ਉਹ ਪਿਘਲਣ ਦੇ ਨਾਲ ਕੀ ਹੁੰਦਾ ਹੈ, ਉਹ ਵੀ ਪਿਘਲੀ ਹੋਈ ਅਵਸਥਾ ਚ ਆ ਕੇ ਆਪਸ ਦੇ ਵਿੱਚ ਫਿਊਜ਼ ਹੋ ਜਾਂਦੇ ਨੇ, ਮਿਲ ਜਾਂਦੇ ਨੇ। ਔਰ ਇਹ ਸਾਡਾ ਤਾਪਮਾਨ, ਇੰਨਾ ਜ਼ਿਆਦਾ ਤਾਪਮਾਨ ਸਾਡੀਆਂ ਧਾਤਾਂ ਨੂੰ ਪਿਘਲਾਉਣ ਦੇ ਲਈ ਬਹੁਤ ਜ਼ਰੂਰੀ ਹੈ, ਔਰ ਇਹ ਪਿਘਲ ਕੇ ਨਰਮ ਹਾਲਤ ਵਿੱਚ ਲਿਆਉਣ ਲਈ ਜ਼ਰੂਰੀ ਹੈ। ਬੜੀ ਸੌਖੇ ਢੰਗ ਨਾਲ ਇਹ ਉਹਨਾਂ ਨੂੰ ਨਰਮ ਹਾਲਤ ਦੇ ਵਿੱਚ ਲਿਆਉਣ। ਇਹਦੇ ਵਿੱਚ ਕੀ ਚੀਜ਼ ਹੁੰਦੀ ਹੈ, ਜਿਹੜੀ ਸਾਡੀ ਧਾਤਾਂ ਦੇ ਰਿਐਕਸ਼ਨ ਦੇ ਨਾਲ ਜਿਹੜੀ ਸਾਡੀ ਪਿਘਲੀ ਹੋਈ ਧਾਤ ਮਿਲਦੀ ਹੈ, ਉਹ ਕੀ ਹੁੰਦੀ ਹੈ, ਉਹਦੇ ਨਾਲ ਕੈਮੀਕਲ ਰਿਐਕਸ਼ਨ ਦੇ ਨਾਲ ਜਿਹੜਾ ਸਾਨੂੰ ਪਿਘਲੀ ਹੋਈ ਧਾਤ ਮਿਲਦੀ ਹੈ ਉਹਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਜਿੰਨਾ ਅਸੀਂ ਮਟੀਰੀਅਲ ਯੂਜ਼ ਕਰਦੇ ਹਾਂ ਉਹਦੇ ਨਾਲ, ਜਿੰਨਾ ਕਿ ਅਸੀਂ ਕੋਈ ਧਾਤ ਵੈਲਡ ਕਰਨੀ ਹੁੰਦੀ ਹੈ, ਜਿਸ ਜਗ੍ਹਾ ਤੇ ਵੀ ਅਸੀਂ ਕੋਈ ਵੀ ਪੀਸ ਨੂੰ ਰਿਪੇਅਰ ਕਰਨਾ ਹੈ, ਕਿਸੇ ਪੀਸ ਨੂੰ ਅਸੀਂ ਨਵਾਂ ਬਣਾਉਣਾ, ਢਲਾਈ ਕਰਨੀ ਹੈ, ਸਾਨੂੰ ਉਸ ਦੇ ਬਾਰੇ ਪਹਿਲਾਂ ਪਤਾ ਹੁੰਦਾ ਵੀ ਸਾਡੀ ਇਹਦੀ ਲੰਬਾਈ ਕਿੰਨੀ ਹੈ, ਚੌੜਾਈ ਕਿੰਨੀ ਹੈ, ਕਿੰਨੇ weight ਦਾ ਅਸੀਂ ਪੀਸ ਤਿਆਰ ਕਰਨਾ। ਉਹਦੇ ਹਿਸਾਬ ਨਾਲ ਹੀ ਅਸੀਂ ਇਹਦੇ ਵਿੱਚ ਆਇਰਨ ਆਕਸਾਈਡ ਦਾ ਪਾਊਡਰ ਤੇ ਐਲੂਮੀਨੀਅਮ ਯੂਜ਼ ਕਰਦੇ ਹਾਂ। ਉਹਨਾਂ ਦੇ ਨਾਲ ਕੀ ਹੁੰਦਾ ਵੀ ਇੰਨੀ ਜ਼ਿਆਦਾ ਪਿਘਲੀ ਹੋਈ ਧਾਤ ਪੈਦਾ ਹੁੰਦੀ ਹੈ, ਜਿਹੜੇ ਕਈ ਕੈਮੀਕਲ ਰਿਐਕਸ਼ਨ ਹੋਣ ਦੇ ਨਾਲ, ਰਸਾਇਣਿਕ ਕਿਰਿਆ ਹੋਣ ਦੇ ਨਾਲ, ਔਰ ਇਸ ਫਿਰ ਪਿਘਲੀ ਹੋਈ ਧਾਤ ਨੂੰ ਅਸੀਂ ਉਸ ਵੈਲਡਿੰਗ ਕਰਨ ਵਾਲੇ ਜੁਆਇੰਟ ਦੇ ਵਿੱਚ ਪਾ ਦਿੱਤਾ ਜਾਂਦਾ ਹੈ, ਜਿਹੜਾ ਕਿ ਉੱਥੇ ਉਹਦੇ ਆਲੇ ਦੁਆਲੇ ਮੋਲਡ ਬਣਾਇਆ ਹੁੰਦਾ, ਉਹਦੇ ਆਲੇ ਦੁਆਲੇ ਮੋਲਡ ਬਣਾਇਆ ਹੁੰਦਾ, ਜਿਹਦੇ ਵਿੱਚ ਇਸ ਪਿਘਲੀ ਹੋਈ ਧਾਤ ਨੂੰ ਪਾ ਦਿੱਤਾ ਜਾਂਦਾ ਹੈ। ਔਰ ਪਾਉਣ ਤੋਂ ਬਾਅਦ ਉਹ ਜਦੋਂ ਠੰਡਾ ਹੁੰਦਾ ਹੈ ਤਾਂ ਇੱਕ ਬਹੁਤ ਵਧੀਆ ਜੋੜ ਲੱਗ ਜਾਂਦਾ ਹੈ। ਇਹਦੇ ਵਿੱਚ ਹੁਣ ਜਿਹੜੀਆਂ ਚੀਜ਼ਾਂ ਅਸੀਂ ਦੋ ਮਿਲਾਣੀਆਂ ਨੇ, ਇਹਦਾ ਇੱਕ ਰੇਸ਼ੋ ਹੈ। ਇਹ ਨਹੀਂ ਹੈ ਵੀ ਅਸੀਂ ਆਪਣੀ ਮਰਜ਼ੀ ਨਾਲ ਜਿਵੇਂ ਮਰਜ਼ੀ ਮਿਲਾ ਦਈਏ, ਜਿੰਨਾ ਮਰਜ਼ੀ ਹੋ ਜਾਏ ਤੇ ਜਿਹਦੇ ਨਾਲ ਸਾਡਾ ਰਿਐਕਸ਼ਨ ਹੋ ਸਕਦਾ ਹੈ। ਇਹਦੇ ਨਾਲ ਕੀ ਚੀਜ਼ ਹੁੰਦੀ ਹੈ, ਦੇਖੋ ਇਹਦੇ ਵਿੱਚ ਅਸੀਂ ਜ਼ਿਆਦਾਤਰ ਕੇਸਾਂ ਦੇ ਵਿੱਚ ਅਸੀਂ ਥਰਮਾਈਟ ਮਿਕਸਚਰ ਜਿਹੜਾ ਯੂਜ਼ ਕਰਦੇ ਹਾਂ, ਉਹਦੇ ਵਿੱਚ 23.7% ਐਲੂਮੀਨੀਅਮ ਹੁੰਦਾ ਹੈ ਅਤੇ 76.3% ਆਇਰਨ ਆਕਸਾਈਡ ਹੁੰਦਾ ਬਾਈ ਵੇਟ। ਮਤਲਬ ਕੀ ਹੈ, ਜੇ ਅਸੀਂ 1 ਕਿਲੋ ਦੇ ਕਰੀਬ ਥਰਮਾਈਟ ਮਿਕਸਚਰ ਤਿਆਰ ਕਰਨਾ ਹੈ ਤਾਂ ਸਾਨੂੰ 760 ਗ੍ਰਾਮ ਦੇ ਕਰੀਬ ਆਇਰਨ ਆਕਸਾਈਡ ਵਰਤਣਾ ਪਊਗਾ, ਔਰ 200
30 ਗ੍ਰਾਮ ਦੇ ਕਰੀਬ ਜਾਂ 240 ਗ੍ਰਾਮ ਦੇ ਕਰੀਬ ਐਲੂਮੀਨੀਅਮ ਪਾਊਡਰ ਸਾਨੂੰ ਯੂਜ਼ ਕਰਨਾ ਪਊਗਾ, ਜਿਹਦੇ ਨਾਲ ਕੀ ਮਿਲ ਕੇ ਸਾਡਾ ਟੋਟਲ 1 ਕਿਲੋਗ੍ਰਾਮ ਦਾ ਥਰਮਾਈਟ ਮਿਕਸਚਰ ਪੈਦਾ ਹੁੰਦਾ ਹੈ, ਜਿਹੜਾ ਕਿ ਸਾਡਾ ਤਾਪਮਾਨ 3000 ਡਿਗਰੀ ਸੈਂਟੀਗ੍ਰੇਡ ਤੱਕ ਲੈ ਕੇ ਜਾਣ ਦੇ ਕਾਬਿਲ ਹੁੰਦਾ ਹੈ। ਜਿਹਦੇ ਨਾਲ ਕੀ ਆ ਦੇਖੋ ਤੁਹਾਨੂੰ ਗ੍ਰਾਫ ਦੇ ਵਿੱਚ ਨਜ਼ਰ ਆ ਰਿਹਾ ਹੈ, ਜਿਹੜੇ ਅਸੀਂ ਰਿਐਕਟੈਂਟ ਕਰਦੇ ਹਾਂ ਉਹਦੇ ਨਾਲ ਕੀ ਹੁੰਦਾ, ਇੰਨਾ ਜ਼ਿਆਦਾ ਰਿਐਕਸ਼ਨ ਹੁੰਦਾ, ਹੀਟ ਵੱਧਦੀ ਹੈ ਔਰ ਬਾਅਦ ਚੋਂ ਪ੍ਰੋਡਕਟ ਪਿਘਲ ਕੇ ਅਸੀਂ ਉਸ ਜਗ੍ਹਾ ਤੇ ਲੈ ਕੇ ਜਾ ਸਕਦੇ ਹਾਂ ਜਿੱਥੇ ਅਸੀਂ ਉਹਨਾਂ ਨੂੰ ਵੈਲਡਿੰਗ ਕਰਨਾ ਹੈ ਜਾਂ ਜਿਸ ਜਗ੍ਹਾ ਤੇ ਅਸੀਂ ਉਹਨਾਂ ਦੀ ਵਰਤੋਂ ਕਰਨੀ ਹੈ। ਇਹਦੇ ਵਿੱਚ ਉਹੀ ਚੀਜ਼ ਹੈ, ਪ੍ਰਿੰਸੀਪਲ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ। ਇਹਦੇ ਵਿੱਚ ਕੀ ਕੀਤਾ ਜਾਂਦਾ ਹੈ, ਵੈਲਡਿੰਗ ਕਰਨ ਦੇ ਲਈ ਅਸੀਂ ਡਾਇਰੈਕਟ ਕੋਈ ਇਲੈਕਟ੍ਰੋਡ ਨਹੀਂ ਵਰਤ ਰਹੇ, ਕੋਈ ਅਸੀਂ ਫਿਲਰ ਰੋਡ ਨਹੀਂ ਵਰਤ ਰਹੇ, ਕੋਈ ਅਸੀਂ ਹੋਰ ਜਿਵੇਂ ਗੈਸ ਵੈਲਡਿੰਗ ਦੇ ਵਿੱਚ ਫਿਲਰ ਰੋਡ ਯੂਜ਼ ਕਰਦੇ ਹਾਂ, ਟਿਗ ਵੈਲਡਿੰਗ ਦੇ ਵਿੱਚ ਇਲੈਕਟ੍ਰੋਡ ਯੂਜ਼ ਕਰਦੇ ਹਾਂ, ਕੰਜ਼ਿਊਮੇਬਲ ਹੈ ਜਾਂ ਨਾਨ ਕੰਜ਼ਿਊਮੇਬਲ ਹੈ। ਕਈ ਜਗ੍ਹਾ ਤੇ ਅਸੀਂ ਫਲਕਸ ਯੂਜ਼ ਕਰਦੇ ਹਾਂ, ਉਹਨੂੰ ਪ੍ਰੋਟੈਕਸ਼ਨ ਵਾਸਤੇ, ਵਾਤਾਵਰਣ ਦੇ ਪ੍ਰਭਾਵ ਤੋਂ ਬਚਾਉਣ ਲਈ ਅਸੀਂ ਗੈਸਾਂ ਯੂਜ਼ ਕਰਦੇ ਹਾਂ। ਲੇਕਿਨ ਇਹਦੇ ਵਿੱਚ ਇਹੋ ਜਿਹੀ ਕੋਈ ਚੀਜ਼ ਨਹੀਂ ਕੀਤੀ ਜਾਂਦੀ। ਇਹਦੇ ਵਿੱਚ ਕੀ ਕੀਤਾ ਜਾਂਦਾ ਹੈ, ਜਿਹੜੀ ਵੈਲਡਿੰਗ ਕੀਤੀ ਜਾਂਦੀ ਹੈ ਉਹ ਕਿਵੇਂ ਹੁੰਦੀ ਹੈ, ਅਸੀਂ ਕੀ ਕਰਨਾ ਹੈ, ਜਿਹੜਾ ਅਸੀਂ ਮਿਕਸਚਰ ਤਿਆਰ ਕੀਤਾ ਹੈ ਉਸ ਨੂੰ ਸੁਪਰ ਹੀਟ ਕਰਨਾ। ਸੁਪਰ ਹੀਟ ਦਾ ਮਤਲਬ ਜਿੰਨੇ ਤਾਪਮਾਨ ਤੇ ਉਹ ਪਿਘਲਦਾ ਹੈ ਉਸ ਤੋਂ ਅਸੀਂ ਲਗਭਗ ਦੁੱਗਣੇ ਦੇ ਨੇੜੇ ਜਾਂ ਉਸ ਤੋਂ ਪੌਣੇ 2 ਦੇ ਕਰੀਬ ਜਾ ਕੇ ਉਹਨੂੰ ਗਰਮ ਕਰਨਾ ਹੈ, ਜਿਹਦੇ ਨਾਲ ਕੀ ਹੈ ਉਹ ਬਿਲਕੁਲ ਲਿਕੁਇਡ ਪੋਜੀਸ਼ਨ ਦੇ ਵਿੱਚ ਆ ਜਾਊਗਾ, ਲਿਕੁਇਡ ਸਟੇਜ ਦੇ ਵਿੱਚ ਆ ਜਾਊਗਾ। ਔਰ ਉਸ ਨੂੰ ਗਰਮ ਕਿੱਥੇ ਕਰਨਾ, ਅਸੀਂ ਗਰਮ ਵੀ ਅਸੀਂ ਉਸੇ ਜਗ੍ਹਾ ਤੇ ਕਰਨਾ ਹੈ ਜਿਹੜੇ ਪੀਸਾਂ ਨੂੰ ਅਸੀਂ ਉੱਥੇ ਜੋੜਨਾ ਹੈ। ਕਿਉਂਕਿ ਇਹ ਜਿਹੜਾ ਰਿਐਕਸ਼ਨ ਹੈ ਇਹ ਬਹੁਤ ਛੇਤੀ ਰਿਐਕਸ਼ਨ ਹੁੰਦਾ ਹੈ। ਬੜੀ ਛੇਤੀ ਰਿਐਕਸ਼ਨ ਹੋਣ ਦੇ ਨਾਲ ਕੀ ਹੋਏਗਾ, ਜੇ ਅਸੀਂ ਦੇਰ ਨਾਲ ਕਰਾਂਗੇ ਤਾਂ ਫਟਾਫਟ ਰਿਐਕਸ਼ਨ ਹੋ ਕੇ ਜਿਹੜਾ ਸਾਡਾ ਮਟੀਰੀਅਲ ਹੈ ਉਹ ਪਿਘਲ ਕੇ ਬਾਹਰ ਗਿਰ ਜਾਏਗਾ ਤੇ ਜਿਹੜਾ ਕਿ ਸਾਡੀ ਵੇਸਟੇਜ ਹੋ ਜਾਂਦੀ ਹੈ। ਇਸ ਲਈ ਅਸੀਂ ਇਹ ਜਿਹੜਾ ਥਰਮਾਈਟ ਮਿਕਸਚਰ ਤਿਆਰ ਕਰਨਾ ਹੈ ਇਹਨੂੰ ਅਸੀਂ ਉਸੇ ਜਗ੍ਹਾ ਤੇ ਕਰਨਾ ਹੈ ਜਿਸ ਜਗ੍ਹਾ ਤੇ ਅਸੀਂ ਪੀਸਾਂ ਨੂੰ ਜੋੜਨਾ ਹੈ ਜਾਂ ਕੋਈ ਪੀਸ ਅਸੀਂ ਨਵਾਂ ਤਿਆਰ ਕਰਨਾ ਹੈ। ਇਹ ਇਨਸਟੈਂਟ ਤਰੀਕਾ ਹੈ, ਇਨਸਟੈਂਟ ਤਰੀਕਾ ਹੈ। ਨਾਲ ਦੀ ਨਾਲ ਅਸੀਂ ਮਿਕਸਚਰ ਤਿਆਰ ਕਰਨਾ ਹੈ, ਉਹਨੂੰ ਥੋੜਾ ਜਿਹਾ ਇਗਨਾਈਟ ਕਰਨਾ ਹੈ ਔਰ ਨਾਲ ਦੀ ਨਾਲ ਇੰਨਾ ਤੇਜ਼ ਰਿਐਕਸ਼ਨ ਹੁੰਦਾ ਹੈ, ਰਸਾਇਣਿਕ ਕਿਰਿਆ ਹੋਏਗੀ ਜਿਹਦੇ ਨਾਲ ਕੀ ਹੈ ਜਿਹੜੇ ਪੀਸ ਨੇ ਉਹ ਸੁਪਰ ਹੀਟ ਹੋ ਜਾਣਗੇ, ਪਿਘਲ ਜਾਣਗੇ ਔਰ ਤਰਲ ਅਵਸਥਾ ਦੇ ਵਿੱਚ ਆ ਜਾਣਗੇ ਔਰ ਉਹਨਾਂ ਨੂੰ ਫਿਰ ਉਸੇ ਜਗ੍ਹਾ ਤੇ ਪਾ ਦਿੱਤਾ ਜਾਂਦਾ ਹੈ। ਇਹਦੇ ਵਿੱਚ ਕੀ ਕੀਤਾ ਜਾਂਦਾ ਹੈ, ਇਹਦੇ ਵਿੱਚ ਵੈਲਡਿੰਗ ਕਰਨ ਤੋਂ ਪਹਿਲਾਂ ਮੋਲਡਿੰਗ ਦਾ ਪ੍ਰੋਸੈਸ ਕੀਤਾ ਜਾਂਦਾ ਹੈ। ਪਹਿਲਾਂ ਮੋਲਡ ਬਣਾਇਆ ਜਾਂਦਾ ਹੈ ਜਿਹਦੇ ਵਿੱਚ ਉਹ ਪੀਸ ਰੱਖੇ ਜਾਂਦੇ ਨੇ ਜਿਨ੍ਹਾਂ ਨੂੰ ਅਸੀਂ ਜੋੜਨਾ ਹੁੰਦਾ ਹੈ ਜਾਂ ਜਿਹੜੇ ਪੀਸ ਨੂੰ ਅਸੀਂ ਨਵਾਂ ਤਿਆਰ ਕਰਨਾ ਹੁੰਦਾ ਹੈ ਉਸ ਤਰ੍ਹਾਂ ਦੇ ਮੋਲਡ ਤਿਆਰ ਕੀਤੇ ਜਾਂਦੇ। ਹੁਣ ਅਸੀਂ ਥਰਮਿਟ ਦੀ ਗੱਲ ਕਰੀਏ ਵੀ ਜਿਹੜਾ ਅਸੀਂ ਪੀਸ ਵਿੱਚ ਤਿਆਰ ਕਰਦੇ ਹਾਂ, ਜਿਹੜਾ ਮਿਕਸਚਰ ਅਸੀਂ ਤਿਆਰ ਕਰਦੇ ਹਾਂ ਉਹ ਹੁੰਦਾ ਕੀ ਹੈ। ਇਹਦੇ ਵਿੱਚ ਕੀ ਚੀਜ਼ ਹੁੰਦੀ ਹੈ, ਜਿਹੜਾ ਥਰਮਿਟ ਹੁੰਦਾ ਹੈ ਜਾਂ ਥਰਮਿਟ ਮਿਕਸਚਰ ਕਹਿੰਦੇ ਆ, ਇਹ ਚੀਜ਼ ਕੀ ਹੁੰਦੀ ਹੈ, ਇਹ ਇੱਕ ਫਾਈਨ ਐਲੂਮੀਨੀਅਮ ਪਾਊਡਰ ਔਰ ਆਇਰਨ ਆਕਸਾਈਡ ਦਾ ਮਿਕਸਚਰ ਹੁੰਦਾ ਹੈ ਜਿਹਨੂੰ ਕਿ ਆਪਸ 'ਚ ਜਦੋਂ ਅਸੀਂ ਮਿਲਾਉਂਦੇ ਹਾਂ ਉਹਦੇ ਨਾਲ ਕੀ ਹੈ ਇੰਨਾ ਜ਼ਿਆਦਾ ਉਹ ਕੈਮੀਕਲ ਰਿਐਕਸ਼ਨ ਹੁੰਦਾ। ਉਹਨਾਂ ਦੀ ਜਦੋਂ ਰਸਾਇਣਿਕ ਕਿਰਿਆ ਹੁੰਦੀ ਹੈ, ਰਸਾਇਣਿਕ ਕਿਰਿਆ ਕਰਨ ਦੇ ਲਈ ਸਾਨੂੰ ਉਹਨਾਂ ਨੂੰ ਬਾਲਣਾ ਪੈਂਦਾ ਜਿਹਨੂੰ ਅਸੀਂ ਕੰਬਸਸ਼ਨ ਕਹਿੰਦੇ ਹਾਂ। ਕੁਝ ਵੀ ਕਰਨ ਦੇ ਲਈ ਸਾਨੂੰ ਉਹਨੂੰ ਥੋੜਾ ਬਹੁਤਾ ਇਗਨਾਈਟ ਕਰਨਾ ਪੈਂਦਾ ਹੈ। ਇਗਨਾਈਟ ਕਰਨ ਦੇ ਨਾਲ ਕੀ ਹੁੰਦਾ, ਜਦੋਂ ਅਸੀਂ ਉਹਨੂੰ ਥੋੜਾ ਜਿਹਾ ਬਾਲਦੇ ਹਾਂ ਬੜੀ ਛੇਤੀ ਰਿਐਕਸ਼ਨ ਹੁੰਦਾ ਹੈ। ਰਿਐਕਸ਼ਨ ਹੋਣ ਦੇ ਨਾਲ ਕੀ ਹੁੰਦਾ, ਬਹੁਤ ਵੱਡਾ ਤਾਪਮਾਨ ਪੈਦਾ ਹੁੰਦਾ, ਬਹੁਤ ਹਾਈ ਟੈਂਪਰੇਚਰ ਪੈਦਾ ਹੁੰਦਾ ਹੈ ਜਿਹੜਾ ਕਿ ਵੈਲਡਿੰਗ ਦੇ ਲਈ ਵਰਤਿਆ ਜਾਂਦਾ ਹੈ। ਜਾਂ ਫਿਰ ਅਸੀਂ ਉਸੇ ਤਾਪਮਾਨ ਨੂੰ ਜਾਂ ਉਸੇ ਹੀਟ ਨੂੰ ਬੰਬਾਂ ਦੇ ਵਿੱਚ ਵੀ ਯੂਜ਼ ਕਰ ਸਕਦੇ ਹਾਂ। ਜਿਹੜਾ ਮਿਲਟਰੀ ਦੇ ਵਿੱਚ ਯੂਜ਼ ਕਰਦੇ ਨੇ ਉਹ ਇਸੇ ਤਰੀਕੇ ਨੂੰ ਅਪਣਾਇਆ ਜਾਂਦਾ ਹੈ। ਜਿਵੇਂ ਅਸੀਂ ਆਮ ਦੀਵਾਲੀ ਤੇ ਵੀ ਦੇਖਦੇ ਹਾਂ, ਆਪਣੇ ਘਰਾਂ ਦੇ ਵਿੱਚ ਅਸੀਂ ਚਲਾਉਂਦੇ ਹਾਂ, ਉਹਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਆਪਾਂ ਦੀਵਾਲੀ ਦੇ ਪਟਾਕੇ ਲੈ ਕੇ ਆਉਂਦੇ ਹਾਂ, ਉਹਨਾਂ ਦੇ ਵਿੱਚ ਕੀ ਚੀਜ਼ ਹੁੰਦੀ ਹੈ, ਛੋਟਾ ਜਿਹਾ ਪਾਊਡਰ ਹੁੰਦਾ ਹੈ। ਅਸੀਂ ਕੀ ਕਰਦੇ ਹਾਂ, ਉਹਨਾਂ ਦੇ ਨਾਲ ਬਾਹਰਲੇ ਪਾਸੇ ਇੱਕ ਉਹਨਾਂ ਦੇ ਨਾਲ ਪਲੀਤੀ ਜੀ ਲੱਗੀ ਹੁੰਦੀ ਹੈ ਜਿਹਦੇ ਵਿੱਚ ਅਸੀਂ ਕੀ ਕਰਦੇ ਹਾਂ, ਅਗਰ ਉਹਨੂੰ ਇਗਨਾਈਟ ਕਰਦੇ ਹਾਂ, ਮਾਚਿਸ ਦੇ ਨਾਲ ਉਹਨੂੰ ਜਲਾਉਂਦੇ ਹਾਂ ਤਾਂ ਹੌਲੀ ਹੌਲੀ ਕੀ ਹੁੰਦਾ ਹੈ, ਉਹ ਇਕੱਠਾ ਹੋ ਕੇ ਇੱਕਦਮ ਧਮਾਕਾ ਹੁੰਦਾ ਪਾਊਡਰ ਹੀ ਹੈ। ਜੇ ਅਸੀਂ ਉਸਨੂੰ ਵੈਸੇ ਖੋਲ ਕੇ ਦੇਖੀਏ ਤਾਂ ਸਾਨੂੰ ਪਤਾ ਲੱਗਦਾ ਵੀ ਉਹ ਪਾਊਡਰ ਹੈ ਵਿੱਚ। ਇਸੇ ਤਰ੍ਹਾਂ ਇਹਦੇ ਵਿੱਚ ਵੀ ਫਾਈਨ ਐਲੂਮੀਨੀਅਮ ਪਾਊਡਰ ਬਿਲਕੁਲ ਬਰੀਕ ਪਾਊਡਰ ਹੁੰਦਾ ਐਲੂਮੀਨੀਅਮ ਦਾ, ਔਰ ਆਇਰਨ ਆਕਸਾਈਡ ਦਾ ਵੀ ਪਾਊਡਰ ਹੁੰਦਾ ਹੈ ਜਿਨ੍ਹਾਂ ਨੂੰ ਇੱਕ ਦੂਜੇ ਦੇ ਵਿੱਚ ਮਿਕਸ ਕਰਕੇ ਜਲਾਇਆ ਜਾਂਦਾ ਹੈ। ਔਰ ਜਲਾਉਣ ਦੇ ਨਾਲ ਕੀ ਹੁੰਦਾ, ਉਹ ਇੱਕਦਮ ਬਲਦੇ ਨੇ ਔਰ ਬਹੁਤ ਉੱਚਾ ਤਾਪਮਾਨ ਪੈਦਾ ਹੁੰਦਾ, ਜਿਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ
3000 ਡਿਗਰੀ ਸੈਂਟੀਗ੍ਰੇਡ ਜਾਂ ਉਸ ਤੋਂ ਇਲਾਵਾ 3500 ਡਿਗਰੀ ਸੈਂਟੀਗ੍ਰੇਡ ਤੱਕ ਜਾਂਦਾ ਤਾਪਮਾਨ, ਜਿਹੜਾ ਕਿ ਤਾਪਮਾਨ ਸਾਡਾ ਪੀਸਾਂ ਨੂੰ ਪਿਘਲਾਉਣ ਦੇ ਲਈ ਬਹੁਤ ਹੈ। ਅਸੀਂ ਆਮ ਜਾਣਦੇ ਹਾਂ ਜਦੋਂ ਆਰਕ ਵੈਲਡਿੰਗ ਵੀ ਕਰਦੇ ਹਾਂ ਸਾਡਾ ਤਾਪਮਾਨ 3600 ਡਿਗਰੀ ਸੈਂਟੀਗ੍ਰੇਡ ਤੋਂ ਲੈ ਕੇ 4000 ਡਿਗਰੀ ਸੈਂਟੀਗ੍ਰੇਡ ਤੱਕ ਹੁੰਦਾ ਹੈ, ਜਿਹਦੇ ਵਿੱਚ ਹਰ ਤਰ੍ਹਾਂ ਦੀ ਧਾਤ ਸਾਡੀ ਪਿਘਲ ਜਾਂਦੀ ਹੈ। ਇਸ ਲਈ ਇਹ ਤਾਪਮਾਨ ਜਿਹੜਾ ਪਹੁੰਚਦਾ ਹੈ ਇਹ ਵੀ ਬਿਲਕੁਲ ਉਹਦੇ ਨੇੜੇ ਤੇੜੇ ਪਹੁੰਚ ਜਾਂਦਾ ਹੈ, ਜਿਹੜਾ ਕਿ ਸਾਡੇ ਪੀਸਾਂ ਨੂੰ ਪਿਘਲਾਉਣ ਦੇ ਕਾਬਿਲ ਹੁੰਦਾ ਹੈ। ਹੁਣ ਇਸ ਦੇ ਵਿੱਚ ਕੀ ਹੈ, ਇਸੇ ਰਿਐਕਸ਼ਨ ਨੂੰ ਅਸੀਂ ਗੋਲਡ ਸਮਿਥ ਅਲਮੀਨੋਥਰਮਿਕ ਰਿਐਕਸ਼ਨ ਵੀ ਕਹਿੰਦੇ ਹਾਂ, ਕਿਉਂਕਿ ਇਸ ਤਰੀਕੇ ਦੀ ਖੋਜ ਗੋਲਡ ਸਮਿਥ ਨਾਮ ਦੇ ਬੰਦੇ ਨੇ ਕੀਤੀ ਸੀ, ਜਰਮਨੀ ਦੇ ਨੇ, ਔਰ ਇਹਦੇ ਵਿੱਚ ਐਲੂਮੀਨੀਅਮ ਦੀ ਵਰਤੋਂ ਕੀਤੀ ਜਾਂਦੀ ਹੈ ਔਰ ਥਰਮਲ ਰਿਐਕਸ਼ਨ ਹੁੰਦਾ ਹੈ। ਥਰਮਲ ਦਾ ਮਤਲਬ ਹੁੰਦਾ ਜਿਹਦੇ ਵਿੱਚ ਸਾਡੀ ਹੀਟ ਪੈਦਾ ਹੁੰਦੀ ਹੈ, ਉਹ ਰਿਐਕਸ਼ਨ ਹੁੰਦਾ ਹੈ। ਇਹਦੇ ਵਿੱਚ ਕੀ ਕੀਤਾ ਕੀ ਜਾਂਦਾ ਹੈ, ਇਹਦੇ ਵਿੱਚ ਜਿਹੜਾ ਥਰਮਾਈਟ ਮਿਕਸਚਰ ਹੁੰਦਾ ਹੈ ਉਸ ਨੂੰ ਅਸੀਂ ਉਹਦੇ ਵਿੱਚ ਥੋੜਾ ਜਿਹਾ ਬੇਰੀਅਮ ਪੈਰੋਕਸਾਈਡ ਨਾਮ ਦਾ ਪਦਾਰਥ ਪਾਇਆ ਜਾਂਦਾ ਹੈ, ਜਿਹਦੇ ਨਾਲ ਕੀ ਹੈ ਇਹਦਾ ਬਲਨ ਤਾਪਮਾਨ ਛੇਤੀ ਪਹੁੰਚ ਜਾਂਦਾ ਹੈ। ਔਰ ਛੇਤੀ ਪਹੁੰਚਣ ਦੇ ਨਾਲ ਕੀ ਹੁੰਦਾ ਹੈ, ਅਸੀਂ ਇੱਕ ਹਲਕਾ ਜਿਹਾ ਮੈਗਨੀਸ਼ੀਅਮ ਰਿਬਨ ਕਹਿੰਦੇ ਨੇ, ਜਿਹੜਾ ਕਿ ਕਾਗਜ਼ ਸ਼ੇਪ ਦੇ ਵਿੱਚ ਹੁੰਦਾ ਜਾਂ ਕਾਗਜ਼ ਦੇ ਆਕਾਰ ਦੇ ਵਿੱਚ ਹੁੰਦਾ ਹੈ, ਜਾਂ ਜਿਵੇਂ ਅਸੀਂ ਮਾਚਿਸ ਦੇ ਨਾਲ ਇਹਨੂੰ ਬਾਲਦੇ ਹਾਂ ਔਰ ਮੈਗਨੀਸ਼ੀਅਮ ਰਿਬਨ ਇੱਕਦਮ ਬਲਦਾ ਹੈ, ਉਹਦੇ ਨਾਲ ਦੀ ਨਾਲ ਇਸ ਤਾਪਮਾਨ ਨੂੰ ਉੱਪਰਲਾ ਜਿਹੜਾ ਮਿਕਸਚਰ ਹੈ ਸਾਡਾ ਥਰਮਾਈਟ ਮਿਕਸਚਰ ਨੂੰ ਪਿਘਲਾ ਦਿੰਦਾ ਹੈ। ਇਹਦੇ ਵਿੱਚ ਕੰਪੋਜੀਸ਼ਨ ਕੀ ਚੀਜ਼ ਹੈ ਇਹ ਧਿਆਨ ਰੱਖਣਾ ਅਸੀਂ, ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ 76.3% ਆਇਰਨ ਆਕਸਾਈਡ ਸੀ ਤੇ ਆਪਣਾ 23.7% ਸਾਡਾ ਐਲੂਮੀਨੀਅਮ ਪਾਊਡਰ ਸੀ। ਜੇ ਅਸੀਂ ਇਸ ਨੂੰ ਇੱਕ ਆਮ ਤੌਰ ਤੇ ਇੱਕ ਸਿੱਧੇ ਸਾਦੀ ਭਾਸ਼ਾ ਦੇ ਵਿੱਚ ਕਹੀਏ ਤਾਂ 3 ਹਿੱਸੇ ਸਾਡੇ ਆਇਰਨ ਆਕਸਾਈਡ ਯੂਜ਼ ਹੁੰਦਾ ਹੈ ਤੇ 1 ਹਿੱਸਾ ਸਾਡਾ ਐਲੂਮੀਨੀਅਮ ਪਾਊਡਰ ਵਰਤਿਆ ਜਾਂਦਾ ਹੈ, ਜਿਨ੍ਹਾਂ ਨੂੰ ਅਸੀਂ ਵਰਤ ਕੇ ਇੱਕ ਮਿਕਸਚਰ ਬਣਾਉਂਦੇ ਹਾਂ ਤਾਂ ਜੋ ਸਾਡਾ ਰਿਐਕਸ਼ਨ ਵਧੀਆ ਹੋ ਜਾਵੇ। ਇਹਦੇ ਵਿੱਚ ਦੇਖੋ ਥੱਲੇ ਨਾਲ ਲਿਖਿਆ ਵੀ ਹੋਇਆ ਜਿਹੜੀ ਰੇਸ਼ੋ ਹੈ ਸਾਡੀ ਐਲੂਮੀਨੀਅਮ ਪਾਊਡਰ ਦੀ ਔਰ ਆਇਰਨ ਆਕਸਾਈਡ ਦੀ 1/3 ਹੋਣੀ ਚਾਹੀਦੀ ਹੈ। ਮਤਲਬ ਇੱਕ ਹਿੱਸਾ ਸਾਡਾ ਐਲੂਮੀਨੀਅਮ ਪਾਊਡਰ ਤੇ 3 ਹਿੱਸੇ ਸਾਡੇ ਆਇਰਨ ਆਕਸਾਈਡ ਹੋਣੀ ਚਾਹੀਦੀ ਹੈ। ਜੇ ਅਸੀਂ 1 ਕਿਲੋ ਐਲੂਮੀਨੀਅਮ ਪਾਊਡਰ ਵਰਤਦੇ ਹਾਂ ਤਾਂ 3 ਕਿਲੋ ਸਾਨੂੰ ਆਇਰਨ ਆਕਸਾਈਡ ਵਰਤਣਾ ਪਏਗਾ। ਜੇ 3 ਕਿਲੋ ਐਲੂਮੀਨੀਅਮ ਵਰਤਦੇ ਹਾਂ ਤਾਂ ਸਾਨੂੰ 9 ਕਿਲੋ ਬਾਈ weight ਅਸੀਂ ਉਹਦੇ ਭਾਰ ਦੇ ਮੁਤਾਬਕ ਸਾਨੂੰ ਆਇਰਨ ਆਕਸਾਈਡ ਵਰਤਣਾ ਪਏਗਾ। ਇਹ ਚੀਜ਼ ਇਸ ਚੀਜ਼ ਤੇ ਨਿਰਭਰ ਕਰਦੀ ਹੈ ਵੀ ਅਸੀਂ ਕਿੱਡਾ ਵੱਡਾ ਜੁਆਇੰਟ ਲਗਾਉਣਾ ਹੈ, ਕਿਹੜੀ ਜਗ੍ਹਾ ਨੂੰ ਰਿਪੇਅਰ ਕਰਨਾ ਹੈ। ਔਰ ਕਈ ਵਾਰ ਕੀ ਹੁੰਦਾ ਹੈ ਅਸੀਂ ਕਿਸੇ ਜਗ੍ਹਾ ਤੇ ਜੇ ਸਾਡੇ ਕੋਲ ਐਲੂਮੀਨੀਅਮ ਨਾ ਹੋਵੇ ਤਾਂ ਅਸੀਂ ਕਾਪਰ ਜਾਂ ਕ੍ਰੋਮੀਅਮ ਦੀ ਵੀ ਵਰਤੋਂ ਕਰ ਸਕਦੇ ਹਾਂ, ਲੇਕਿਨ ਜ਼ਿਆਦਾਤਰ ਕੇਸਾਂ ਦੇ ਵਿੱਚ ਅਸੀਂ ਐਲੂਮੀਨੀਅਮ ਦੀ ਹੀ ਵਰਤੋਂ ਕਰਦੇ ਹਾਂ। ਹੁਣ ਥਰਮਲ ਵੈਲਡਿੰਗ ਮਿਕਸਚਰ ਹੈ ਜਿਹੜਾ ਇਹ ਕਈ ਤਰ੍ਹਾਂ ਦਾ ਹੁੰਦਾ ਹੈ, ਜ਼ਰੂਰੀ ਨਹੀਂ ਹੈ ਵੀ ਸਾਰਿਆਂ ਦੇ ਵਿੱਚ ਇੱਕੋ ਜਿਹਾ ਹੁੰਦਾ ਹੈ। ਇੱਕ ਹੁੰਦਾ ਹੈ ਥਰਮਲ ਵੈਲਡਿੰਗ, ਇੱਕ ਸਿੰਪਲ ਥਰਮਲ ਵੈਲਡਿੰਗ ਕੀਤੀ ਜਾਂਦੀ ਹੈ, ਇੱਕ ਮਾਈਲਡ ਸਟੀਲ ਦੀ ਥਰਮਲ ਵੈਲਡਿੰਗ ਕੀਤੀ ਜਾਂਦੀ ਹੈ। ਕਿਉਂਕਿ ਦੇਖੋ ਥਰਮਲ ਵੈਲਡਿੰਗ ਦਾ ਜਿਹੜਾ ਤਰੀਕਾ ਹੈ ਇਹ ਇਕੱਲੀ ਸਟੀਲ ਵਾਸਤੇ ਨਹੀਂ ਵਰਤਿਆ ਜਾਂਦਾ, ਇਹ ਕਈ ਧਾਤਾਂ ਦੇ ਵਾਸਤੇ ਵਰਤਿਆ ਜਾ ਸਕਦਾ ਹੈ, ਤਾਂਬੇ ਲਈ ਵੀ ਵਰਤਿਆ ਜਾ ਸਕਦਾ ਹੈ, ਐਲੂਮੀਨੀਅਮ ਲਈ ਵੀ ਵਰਤਿਆ ਜਾ ਸਕਦਾ ਹੈ। ਇਹਦੇ ਵਿੱਚ ਹੁਣ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਇਸ ਟਾਈਮ ਉਹ ਅਸੀਂ ਆਇਰਨ ਦੇ ਨਾਲ ਜਾਂ ਲੋਹ ਧਾਤਾਂ ਦੀ ਗੱਲ ਕਰਨੀ ਹੈ ਵੀ ਉਹਨਾਂ ਨੂੰ ਵੈਲਡਿੰਗ ਕਰਨ ਦੇ ਲਈ ਅਸੀਂ ਕੀ ਕੀ ਕਰਨਾ। ਸਭ ਤੋਂ ਪਹਿਲਾਂ ਇੱਕ ਚੀਜ਼ ਹੁੰਦੀ ਹੈ ਪਲੇਨ ਥਰਮੇਟ, ਜਿਹੜਾ ਅਸੀਂ ਆਮ ਜਿਹਨੂੰ ਅਸੀਂ ਆਰਡੀਨਰੀ ਥਰਮੇਟ ਵੀ ਕਹਿੰਦੇ ਹਾਂ। ਇਹਦੇ ਵਿੱਚ ਕੀ ਕੀਤਾ ਜਾਂਦਾ ਹੈ ਵੀ ਆਇਰਨ ਆਕਸਾਈਡ ਔਰ ਐਲੂਮੀਨੀਅਮ ਜਿਹੜਾ ਕਿ ਬਹੁਤ ਬਰੀਕ ਪੀਸਿਆ ਹੁੰਦਾ ਹੈ ਉਹਨਾਂ ਦਾ ਪਾਊਡਰ ਵਰਤਿਆ ਜਾਂਦਾ ਹੈ। ਇਹਦੇ ਨਾਲ ਕੀ ਹੈ ਸਭ ਤੋਂ ਜ਼ਿਆਦਾ ਤਾਪਮਾਨ ਇਹਦੇ ਨਾਲ ਪੈਦਾ ਹੁੰਦਾ ਹੈ, ਇਹ ਅਸੀਂ ਵਰਤਣਾ। ਇਹਨੂੰ ਅਸੀਂ ਸਧਾਰਨ ਥਰਮਟ ਵੀ ਕਹਿੰਦੇ ਹਾਂ ਜਾਂ ਪਲੇਨ ਥਰਮਟ ਮਿਕਸਚਰ ਵੀ ਕਹਿੰਦੇ ਹਾਂ। ਇੱਕ ਹੁੰਦਾ ਹੈ ਜੇ ਅਸੀਂ ਮਾਈਲਡ ਸਟੀਲ ਦਾ ਥਰਮਟ ਯੂਜ਼ ਕਰਨਾ ਹੋਵੇ, ਮਾਈਲਡ ਸਟੀਲ ਦੀ ਵੈਲਡਿੰਗ ਕਰਨੀ ਹੈ, ਉਹਦੇ ਵਿੱਚ ਕੀ ਕੀਤਾ ਜਾਂਦਾ ਹੈ ਕਈ ਵਾਰ ਅਸੀਂ ਮਾਈਲਡ ਸਟੀਲ ਪਾਊਡਰ ਦੇ ਨਾਲ ਨਾਲ ਛੋਟੇ ਛੋਟੇ ਟੁਕੜੇ ਬਰੀਕ ਟੁਕੜੇ ਮਾਈਲਡ ਸਟੀਲ ਦੇ ਵੀ ਪੈਦਾ ਕਰਨ ਵਿੱਚ ਐਡ ਕਰ ਲੈਂਦੇ ਹਾਂ ਤਾਂ ਜੋ ਸਾਡੀ ਧਾਤ ਜ਼ਿਆਦਾ ਪੈਦਾ ਹੋ ਸਕੇ। ਔਰ ਉਹਦੇ ਵਿੱਚ ਕਈ ਵਾਰ ਸਾਨੂੰ ਕਾਰਬਨ ਤੇ ਮੈਗਨੀਜ਼ ਵੀ ਥੋੜਾ ਥੋੜਾ ਐਡ ਕਰਨਾ ਪੈਂਦਾ ਹੈ, ਉਹਦੇ ਵਿੱਚ ਜੋੜਨਾ ਪੈਂਦਾ ਤਾਂ ਜੋ ਸਾਡਾ ਜਿਹੜੀ ਰਸਾਇਣਿਕ ਕਿਰਿਆ ਉਹ ਬਿਲਕੁਲ ਠੀਕ ਢੰਗ ਨਾਲ ਹੋ ਸਕੇ। ਇਸੇ ਤਰ੍ਹਾਂ ਜੇ ਅਸੀਂ ਥਰਮੇਟ ਮਿਕਸਚਰ ਕੋਈ ਯੂਜ਼ ਕਰਦੇ ਹਾਂ ਵੈਲਡਿੰਗ, ਰੇਲਾਂ ਨੂੰ ਵੈਲਡਿੰਗ ਕਰਨ ਲਈ, ਖਾਸ ਕਰਕੇ ਜਿਹੜੀਆਂ ਸਾਡੀਆਂ ਰੇਲਵੇ ਦੀ ਵੈਲਡਿੰਗ ਹੈ ਨਾ, ਰੇਲਵੇ ਦੀਆਂ ਲਾਈਨਾਂ ਦੀ ਵੈਲਡਿੰਗ ਕੀਤੀ ਜਾਂਦੀ ਹੈ, ਉਹਦੇ ਵਾਸਤੇ ਅਸੀਂ ਥਰਮੇਟ ਜਦੋਂ ਯੂਜ਼ ਕਰਦੇ ਹਾਂ ਤਾਂ ਉਹਦੇ ਵਿੱਚ ਕੀ ਕੀਤਾ ਜਾਂਦਾ ਹੈ, ਜਿਹੜਾ ਪਹਿਲਾਂ ਤਾਂ ਪਲੇਨ ਥਰਮੇਟ ਯੂਜ਼ ਕੀਤਾ ਜਾਂਦਾ ਹੈ ਆਇਰਨ ਆਕਸਾਈਡ ਔਰ ਐਲੂਮੀਨੀਅਮ, ਔਰ ਉਹਦੇ ਵਿੱਚ ਕਾਰਬਨ ਤੇ ਮੈਗਨੀਜ਼ ਪਾਇਆ ਜਾਂਦਾ ਹੈ ਤਾਂ ਜੋ ਉਹਦੀ
ਜਿਹੜਾ ਸਾਡਾ ਜੁਆਇੰਟ ਲੱਗਣਾ ਹੈ, ਰੇਲਵੇ ਦਾ ਜੁਆਇੰਟ ਲੱਗਣਾ ਹੈ, ਰੇਲ ਲਾਈਨ ਦਾ ਜੁਆਇੰਟ ਲੱਗਣਾ ਹੈ ਜਾਂ ਜੋੜ ਲੱਗਣਾ ਹੈ, ਉਹ ਹਾਰਡ ਹੋ ਜੇ, ਕਿਉਂਕਿ ਉੱਥੇ ਭਾਰ ਜ਼ਿਆਦਾ ਪੈਣਾ ਹੁੰਦਾ ਹੈ, ਉਹਦੀ ਵਾਈਬ੍ਰੇਸ਼ਨ ਵੀ ਜ਼ਿਆਦਾ ਹੁੰਦੀ ਹੈ, ਇਸ ਕਰਕੇ ਉਹਨੂੰ ਜ਼ਿਆਦਾ ਹਾਰਡ ਕਰਨਾ ਪੈਂਦਾ। ਉਸ ਤੋਂ ਬਾਅਦ ਥਰਮਲ ਵੈਲਡਿੰਗ ਦੇ ਦੋ ਤਰੀਕੇ ਵਰਤੇ ਜਾਂਦੇ ਨੇ। ਇਹਦੇ ਵਿੱਚ ਕੀ ਚੀਜ਼ ਕੀਤੀ ਜਾਂਦੀ ਹੈ? ਪਹਿਲੀ ਤਾਂ ਕੀਤਾ ਜਾਂਦਾ ਹੈ ਫਿਊਜ਼ਨ ਵੈਲਡਿੰਗ। ਇਹਦੇ ਵਿੱਚ ਫਿਊਜ਼ਨ ਵੈਲਡਿੰਗ ਦੇ ਵਿੱਚ ਕੀ ਕੀਤਾ ਜਾਂਦਾ ਹੈ? ਜਿਹੜਾ ਮਿਕਸਚਰ ਹੈ ਉਹਨੂੰ ਹੀਟ ਕੀਤਾ ਜਾਂਦਾ ਹੈ, ਹੀਟ ਕਰਕੇ ਉਹ ਜਿਹੜੇ ਪੀਸ ਨੇ ਆਪਸ ਦੇ ਵਿੱਚ ਮਿਲਾ ਦਿੱਤੇ ਜਾਂਦੇ ਨੇ, ਇਹਨੂੰ ਕਹਿੰਦੇ ਨੇ। ਇਹਦੇ ਵਿੱਚ ਥਰਮਲ ਵੈਲਡਿੰਗ ਸਾਡੀ ਜਿਹੜਾ ਥਰਮਲ ਮਿਕਸਚਰ ਹੈ ਉਹ ਐਜ਼ ਏ ਫਿਲਰ ਮੈਟਲ ਕੰਮ ਕਰ ਰਿਹਾ ਹੈ, ਜਿਹੜਾ ਕਿ ਪਿਘਲੇ ਹੋਏ ਧਾਤ ਜਿਹੜੀ ਹੈਗੀ ਹੈ ਇਹ ਅਸੀਂ ਜੋੜ ਲੱਗਣ ਵਾਲੀ ਜਗ੍ਹਾ ਦੇ ਉੱਤੇ ਅਸੀਂ ਇਹਨੂੰ ਭਰਨਾ, ਉਹਨੂੰ ਅਸੀਂ ਉਹਦੇ ਵਿੱਚ ਯੂਜ਼ ਕਰ ਸਕਦੇ ਹਾਂ। ਦੂਜੀ ਗੱਲ ਕੀ ਹੈ? ਇਹ ਤਾਂ ਹੋ ਗਈ ਸਾਡੀ ਵੈਲਡਿੰਗ ਦੇ ਲਈ, ਜਿਹਨੂੰ ਅਸੀਂ ਫਿਊਜ਼ਨ ਕਰਨਾ ਹੈ, ਪੀਸਾਂ ਨੂੰ ਪਿਘਲਾ ਕੇ ਇੱਕ ਦੂਜੇ ਦੇ ਵਿੱਚ ਮਿਲਾ ਦੇਣਾ, ਇਹ ਫਿਊਜ਼ਨ ਵੈਲਡਿੰਗ ਦੇ ਤੌਰ ਤੇ ਵੀ ਕੰਮ ਕਰ ਸਕਦਾ। ਦੂਸਰਾ ਹੁੰਦਾ ਪ੍ਰੈਸ਼ਰ ਵੈਲਡਿੰਗ ਦੇ ਤੌਰ ਤੇ। ਕਈ ਵਾਰ ਅਸੀਂ ਕੀ ਕਰਦੇ ਹਾਂ, ਕਈ ਧਾਤਾਂ ਐਸੀਆਂ ਹੁੰਦੀਆਂ ਜਾਂ ਕਈ ਪੀਸ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਵੈਲਡਿੰਗ ਕਰਨਾ ਹੁੰਦਾ ਹੈ ਪ੍ਰੈਸ਼ਰ ਦੇ ਨਾਲ, ਜਿਹਦੇ ਵਿੱਚ ਸਾਨੂੰ ਪ੍ਰੈਸ਼ਰ ਲਗਾਉਣਾ ਪੈਂਦਾ। ਲੇਕਿਨ ਹੁਣ ਪ੍ਰੈਸ਼ਰ ਵੀ ਕਦੇ ਵੀ ਸੋਲਿਡ ਸਟੇਟ ਦੇ ਵਿੱਚ ਪ੍ਰੈਸ਼ਰ ਨਹੀਂ ਲਗਾਇਆ ਜਾ ਸਕਦਾ। ਪ੍ਰੈਸ਼ਰ ਵੀ ਹਮੇਸ਼ਾ ਸਾਡਾ ਜਦੋਂ ਪੀਸ ਪਿਘਲੀ ਹੋਈ ਹਾਲਤ ਦੇ ਵਿੱਚ ਹੁੰਦਾ ਹੈ, ਅਗਰ ਉਸ ਤੇ ਅਸੀਂ ਪ੍ਰੈਸ਼ਰ ਪਾਵਾਂਗੇ, ਦਬਾਅ ਪਾਵਾਂਗੇ, ਤਾਂ ਉਹ ਸੌਖਾ ਢੰਗ ਨਾਲ ਇੱਕ ਦੂਜੇ ਦੇ ਵਿੱਚ ਮਿਲ ਜਾਂਦੇ ਨੇ। ਉਹਦੇ ਵਿੱਚ ਕੀ ਕੀਤਾ ਜਾਂਦਾ, ਜਦੋਂ ਫੋਰਜਿੰਗ ਦਾ ਕੰਮ ਕਰਦੇ ਹਾਂ ਜਿਹਦੇ ਵਿੱਚ ਪ੍ਰੈਸ਼ਰ ਦੀ ਜ਼ਰੂਰਤ ਹੁੰਦੀ ਹੈ, ਅਸੀਂ ਥਰਮਲ ਮਿਕਸਚਰ ਦੇ ਨਾਲ ਉਸ ਚੀਜ਼ ਨੂੰ, ਉਸ ਪੀਸ ਨੂੰ ਹੀਟ ਕਰਨ ਦਾ ਕੰਮ ਕਰਦੇ ਹਾਂ, ਉਹਨੂੰ ਗਰਮ ਕਰਨ ਦਾ ਕੰਮ ਕਰਦੇ ਹਾਂ, ਜਿਹਦੇ ਨਾਲ ਕੀ ਹੈ ਉਹ ਫੋਰਜਿੰਗ ਟੈਂਪਰੇਚਰ ਤੱਕ ਪਹੁੰਚ ਜਾਂਦੀ ਹੈ। ਔਰ ਫਿਰ ਕੀ ਕੀਤਾ ਜਾਂਦਾ, ਉਸ ਤੇ ਪ੍ਰੈਸ਼ਰ ਲਾਇਆ ਜਾਂਦਾ, ਪ੍ਰੈਸ਼ਰ ਲਗਾ ਕੇ ਉਹ ਜੋੜ ਪਾ ਦਿੱਤਾ ਜਾਂਦਾ। ਮਤਲਬ ਥਰਮਲ ਵੈਲਡਿੰਗ ਸਾਡੀ ਦੋਨੇ ਤਰ੍ਹਾਂ ਨਾਲ ਅਸੀਂ ਵਰਤ ਸਕਦੇ ਹਾਂ, ਵੈਲਡਿੰਗ ਕਰਨ ਲਈ ਵੀ, ਔਰ ਵੈਲਡਿੰਗ ਕਰਨ ਲਈ ਜੇ ਸਾਡੇ ਕਿਤੇ ਹੋਰ ਢੰਗ ਦੀ ਜ਼ਰੂਰਤ ਹੈ ਪ੍ਰੈਸ਼ਰ ਦੀ, ਉਹਦੇ ਲਈ ਅਸੀਂ ਇਹਨੂੰ ਉਸ ਤਾਪਮਾਨ ਤੱਕ ਪਹੁੰਚਾਉਣ ਲਈ, ਪੀਸਾਂ ਨੂੰ ਉਸ ਹੀਟ ਤੱਕ ਲੈ ਕੇ ਜਾਣ ਲਈ ਵੀ ਵਰਤ ਸਕਦੇ ਹਾਂ। ਆਹ ਦੇਖੋ ਤੁਹਾਡੇ ਸਾਹਮਣੇ ਫੋਟੋ ਬਣੀ ਹੋਈ ਹੈ, ਇਹਦੇ ਵਿੱਚ ਦੇਖੋ ਥਰਮਲ ਰਿਐਕਸ਼ਨ ਕੀਤਾ, ਇਹਦੇ ਵਿੱਚ ਆਲੇ ਦੁਆਲੇ ਦੇਖੋ ਕਿੰਨੀ ਜ਼ਿਆਦਾ ਹੀਟ ਪੈਦਾ ਹੋ ਰਹੀ ਹੈ, ਇੰਨੀ ਚੰਗਿਆੜੀ ਨਿਕਲ ਰਹੀ ਹੈ, ਬਹੁਤ ਤਰ੍ਹਾਂ ਨਾਲ ਪਿਘਲੀ ਹੋਈ ਧਾਤ ਇੱਕ ਲਿਕੁਇਡ ਸਟੇਜ ਦੇ ਵਿੱਚ ਗਿਰ ਰਹੀ ਹੈ, ਜਿਹਨੂੰ ਕੀ ਅਸੀਂ ਬਾਅਦ ਚੋਂ ਫਿਰ ਜੁਆਇੰਟ ਵਾਲੀ ਜਗ੍ਹਾ ਤੇ ਯੂਜ਼ ਕਰ ਸਕਦੇ ਹਾਂ। ਹੁਣ ਇਹਦੇ ਵਿੱਚ ਕੀਤਾ ਕੀ ਜਾਂਦਾ ਹੈ, ਇਹਦਾ ਪ੍ਰੋਸੀਜਰ ਕੀ ਹੈ? ਸਭ ਤੋਂ ਪਹਿਲਾਂ ਕੀ ਕੀਤਾ ਜਾਂਦਾ, ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜੇ ਪੀਸਾਂ ਨੂੰ ਅਸੀਂ ਜੋੜਨਾ ਹੈ ਉਹਨਾਂ ਨੂੰ ਸਾਫ਼ ਕੀਤਾ ਜਾਂਦਾ, ਕਿਉਂਕਿ ਇਹ ਸਾਡੀ ਮੁੱਢਲੀ ਜ਼ਰੂਰਤ ਹੈ। ਜੇ ਉਹ ਪੀਸ ਸਾਫ਼ ਨਹੀਂ ਹੋਣਗੇ ਉਹਨਾਂ ਦੇ ਵਿੱਚ ਡਿਫੈਕਟ ਆ ਜਾਣਗੇ। ਇਸ ਲਈ ਜੁੜਨ ਵਾਲੇ ਪੀਸਾਂ ਨੂੰ ਅਸੀਂ ਕੀ ਕਰਨਾ ਹੈ, ਉਸ ਤੇ ਜੋ ਮਿੱਟੀ ਲੱਗੀ ਹੈ, ਗਰੀਸ ਲੱਗੀ ਹੈ, ਕੋਈ ਵੀ ਹੋਰ ਤਰ੍ਹਾਂ ਦਾ ਆਕਸਾਈਡ ਲੱਗਿਆ, ਜੰਗ ਲੱਗਿਆ, ਉਹਨੂੰ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰਨਾ। ਉਹ ਕਿਸੇ ਵੀ ਢੰਗ ਰਾਹੀਂ ਸਾਫ਼ ਕਰ ਸਕਦੇ ਹਾਂ, ਕੱਪੜੇ ਨਾਲ ਵੀ ਸਾਫ਼ ਕਰ ਸਕਦੇ ਹਾਂ ਅਸੀਂ। ਉਸ ਤੋਂ ਬਾਅਦ ਉਹਨੂੰ ਐਮਰੀ ਪੇਪਰ ਨਾਲ ਵੀ ਸਾਫ਼ ਕਰ ਸਕਦੇ ਹਾਂ। ਕਈ ਵਾਰ ਅਸੀਂ ਐਸਿਡ ਵੀ ਯੂਜ਼ ਕਰਦੇ ਹਾਂ, ਜਾਂ ਕੋਈ ਗ੍ਰਾਈਂਡਰ ਲਗਾ ਕੇ ਕਿਸੇ ਵੀ ਢੰਗ ਰਾਹੀਂ ਅਸੀਂ ਉਸ ਤੇ ਕੁਝ ਵੀ ਰਹਿਣ ਨਹੀਂ ਦੇਣਾ, ਮਿੱਟੀ ਘੱਟਾ ਨਹੀਂ ਰਹਿਣਾ। ਉਸ ਤੋਂ ਬਾਅਦ ਫਿਰ ਕੀ ਕੀਤਾ ਜਾਂਦਾ, ਅਲਾਊਂਸ ਫॉर ਕੰਟਰੈਕਸ਼ਨ ਦਿੱਤਾ ਜਾਂਦਾ। ਕੰਟਰੈਕਸ਼ਨ ਦਾ ਮਤਲਬ ਹੁੰਦਾ ਜਦੋਂ ਧਾਤ ਨੇ ਠੰਡੀ ਹੋਣਾ, ਠੰਡੀ ਹੋਣ ਤੋਂ ਬਾਅਦ ਉਹਨੇ ਸੁੰਗੜਨਾ। ਇਸ ਲਈ ਕੀ ਕੀਤਾ ਜਾਂਦਾ ਹੈ, ਉਹਦੇ ਲਈ ਕੁਝ ਅਲਾਊਂਸ ਦਿੱਤਾ ਜਾਂਦਾ, ਸਾਨੂੰ ਜ਼ਿਆਦਾ ਧਾਤ ਰੱਖਣੀ ਪੈਂਦੀ ਹੈ, ਜਿਹਦੇ ਨਾਲ ਕੀ ਹੈ ਜੇ ਸਾਡੀ ਧਾਤ ਪਿਘਲੇ ਤਾਂ ਬਾਅਦ ਚੋਂ ਸਾਡਾ ਜੁਆਇੰਟ ਟੁੱਟੇ ਨਾ। ਇਸ ਲਈ ਕੀ ਕੀਤਾ ਜਾਂਦਾ ਹੈ, 1.5 mm ਤੋਂ ਲੈ ਕੇ 6 mm ਤੱਕ ਦਾ ਜਿਹੜਾ ਸਾਡਾ ਉਹ ਡਿਸਟੈਂਸ ਹੈ ਜਾਂ ਜਿੰਨਾ ਫਾਸਲਾ ਹੈ, ਉਹ ਦੋ ਜੁੜਨ ਵਾਲੇ ਪੀਸਾਂ ਦੇ ਵਿਚਕਾਰ ਜ਼ਿਆਦਾ ਦਿੱਤਾ ਜਾਂਦਾ ਹੈ ਐਜ਼ ਏ ਕੰਟਰੈਕਸ਼ਨ ਅਲਾਊਂਸ, ਜਿਹਨੂੰ ਅਸੀਂ ਸੁੰਗੜਨਾ ਕਹਿੰਦੇ ਹਾਂ। ਕਿਉਂਕਿ ਜਦੋਂ ਵੀ ਧਾਤ ਗਰਮ ਹੁੰਦੀ ਹੈ, ਗਰਮ ਹੋ ਕੇ ਫੈਲਦੀ ਹੈ, ਜਦੋਂ ਉਹ ਠੰਡੀ ਹੋਏਗੀ, ਠੰਡੀ ਹੋ ਕੇ ਉਹ ਸੁੰਗੜੇਗੀ। ਇਸ ਲਈ ਧਿਆਨ ਰੱਖਣਾ, ਜੇ ਮੰਨ ਲਓ ਅਸੀਂ 40 mm ਦਾ ਪੀਸ ਵੈਲਡਿੰਗ ਕਰਨਾ, ਸਾਨੂੰ ਪਤਾ ਵੀ 40 mm ਦਾ ਜੁਆਇੰਟ ਅਸੀਂ ਭਰਨਾ ਹੈ, ਤਾਂ ਸਾਨੂੰ 41.5 ਤੋਂ ਲੈ ਕੇ 46 mm ਤੱਕ ਦਾ ਗੈਪ ਰੱਖਣਾ ਪਏਗਾ, ਤਾਂ ਜੋ ਸਾਡਾ ਬਾਅਦ ਚੋਂ ਸੁੰਗੜਨ ਤੋਂ ਬਾਅਦ 40 mm ਦਾ ਸਾਡਾ ਪੂਰਾ ਜੁਆਇੰਟ ਲੱਗ ਜਾਏ। ਠੀਕ ਹੈ ਜੀ, ਇਹ ਧਿਆਨ ਰੱਖਣਾ ਹੈ, ਇਹ ਅਸੀਂ ਅਲਾਊਂਸ ਦੇਣਾ ਸਟਾਰਟਿੰਗ ਦੇ ਵਿੱਚ। ਉਸ ਤੋਂ ਬਾਅਦ ਕੀ ਕੀਤਾ ਜਾਂਦਾ ਹੈ, ਅਸੀਂ ਮੋਲਡ ਬਣਾਉਣਾ ਹੈ। ਇਹਦੇ ਵਿੱਚ ਕੀ ਕੀਤਾ ਜਾਂਦਾ ਹੈ, ਇਹ ਮੋਲਡ ਇੱਕ ਐਸੀ ਚੀਜ਼ ਹੁੰਦੀ ਹੈ ਜਿਹਦਾ ਬਾਹਰਲਾ ਸਿਰਾ ਸਟੀਲ ਦਾ ਬਣਾਇਆ ਜਾਂਦਾ ਹੈ, ਔਰ ਉਹਦੇ ਵਿੱਚ ਅੰਦਰਲੇ ਪਾਸੇ ਅਸੀਂ ਰੇਤ ਭਰਨੀ ਹੈ, ਜਿਹਦੇ ਵਿੱਚ ਪੀਸਾਂ ਨੂੰ ਅਸੀਂ ਰੱਖ ਦੇਣਾ, ਜਿਹੜਿਆਂ ਨੂੰ ਜੋੜਨਾ, ਅਸੀਂ ਉਹਨਾਂ ਨੂੰ ਜੋੜ ਕੇ ਉਹਦੇ ਵਿੱਚ ਰੱਖਿਆ ਜਾਂਦਾ ਹੈ। ਰੱਖਣ ਤੋਂ ਬਾਅਦ ਅਸੀਂ ਇਸ ਢੰਗ ਨਾਲ ਜੋੜਨਾ ਹੈ ਵੀ ਜਦੋਂ ਅਸੀਂ ਇਹਨੂੰ ਬਾਅਦ ਚੋਂ ਪਿਘਲੀ ਹੋਈ ਧਾਤ, ਜਿਹੜਾ ਅਸੀਂ ਮਿਕਸਚਰ ਉਹਦੇ ਵਿੱਚ ਪਿਘਲਾਣਾ ਹੈ ਗਰਮ ਕਰਕੇ, ਉਸ ਪਿਘਲੀ ਹੋਈ ਧਾਤ ਨੂੰ ਬਾਅਦ ਚੋਂ ਅਸੀਂ ਉਹਦੇ ਵਿੱਚ ਪਾਉਣਾ ਹੈ।
ਕਿਉਂਕਿ ਇਸ ਤਰ੍ਹਾਂ ਵੈਸੇ ਖੁੱਲਾ ਰੱਖ ਕੇ ਨਹੀਂ ਅਸੀਂ ਕਦੇ ਵੀ ਪਾ ਸਕਦੇ। ਜੇ ਖੁੱਲਾ ਰੱਖ ਕੇ ਪਾਵਾਂਗੇ ਉਹ ਪਿਘਲੀ ਹੋਈ ਧਾਤ ਸਾਈਡਾਂ ਤੇ ਗਿਰ ਜਾਏਗੀ, ਕਿਸੇ ਵੀ ਪਾਸੇ ਗਿਰ ਜਾਏਗੀ, ਉਹ ਸਾਡੇ ਕਿਸੇ ਕੰਮ ਨਹੀਂ ਆਏਗੀ। ਇਸ ਲਈ ਸਾਨੂੰ ਪਹਿਲਾਂ ਮੋਲਡ ਬਣਾਉਣਾ ਪੈਂਦਾ ਹੈ, ਢਾਂਚਾ ਜਿਹਨੂੰ ਕਹਿੰਦੇ ਆ ਉਹ ਬਣਾਇਆ ਜਾਂਦਾ ਹੈ। ਇਹ ਮੋਲਡ ਹੁਣ ਕਿਸ ਤਰ੍ਹਾਂ ਦਾ ਹੁੰਦਾ ਹੈ? ਇਹ 100 mm ਥਿਕ, ਬਹੁਤ ਮੋਟਾ, 4 ਇੰਚ ਮੋਟਾ ਜਿਹਨੂੰ ਅਸੀਂ ਕਹਿੰਦੇ ਆ, ਉਹ ਬਣਾਇਆ ਜਾਂਦਾ ਹੈ। ਉਹਦੇ ਵਿੱਚ ਸੈਂਟਰ ਦੇ ਵਿੱਚ ਜਿਹੜੀ ਚੀਜ਼ ਨੂੰ ਅਸੀਂ ਜੋੜਨਾ ਹੈ, ਜਿਹੋ ਜਿਹਾ ਜੁਆਇੰਟ ਲਗਾਉਣਾ ਹੈ, ਉਹਦੇ ਉੱਤੇ ਮੋਮ ਦਾ ਢਾਂਚਾ ਬਣਾਇਆ ਜਾਂਦਾ, ਜਿਹਨੂੰ ਅਸੀਂ ਪੈਟਰਨ ਕਹਿੰਦੇ ਆ, ਸਾਂਚਾ ਕਹਿੰਦੇ ਆ। ਮੋਮ ਦਾ ਢਾਂਚਾ ਇਸ ਵਾਸਤੇ ਬਣਾਇਆ ਜਾਂਦਾ ਹੈ ਕਿਉਂਕਿ ਜਦੋਂ ਵੀ ਅਸੀਂ ਉੱਥੇ ਪਿਘਲੀ ਹੋਈ ਧਾਤ ਪਾਵਾਂਗੇ ਉਹ ਮੋਮ ਪਿਘਲ ਜਾਏਗਾ, ਔਰ ਮੋਮ ਜਦੋਂ ਅਸੀਂ ਮੋਮ ਦਾ ਢਾਂਚਾ ਵਰਤਿਆ ਜਾਂਦਾ ਹੈ, ਜਦੋਂ ਉਹ ਪਿਘਲਿਆ ਨਹੀਂ ਹੁੰਦਾ ਉਹ ਸੋਲਿਡ ਹੁੰਦਾ। ਉਹਦੇ ਨਾਲ ਕੀ ਹੈ, ਉਹਦੀ ਸ਼ੇਪ ਬਣ ਜਾਂਦੀ ਹੈ ਪੂਰੀ, ਔਰ ਜਦੋਂ ਅਸੀਂ ਧਾਤ ਪਿਘਲੀ ਹੋਈ ਪਾਵਾਂਗੇ ਉਹ ਪਿਘਲ ਜੂਗਾ, ਔਰ ਲੇਕਿਨ ਜਿਹੜੀ ਸ਼ੇਪ ਉਹਨੇ ਆਲੇ ਦੁਆਲੇ ਬਣਾਈ ਹੋਈ ਹੈ ਉਹ ਉਵੇਂ ਦੀ ਉਵੇਂ ਰਹਿੰਦੀ ਹੈ, ਤੇ ਉਸ ਜਗ੍ਹਾ ਤੇ ਸਾਡੀ ਪਿਘਲੀ ਹੋਈ ਧਾਤ ਜੰਮ ਜਾਂਦੀ ਹੈ। ਜਿਹੜੀ ਜੰਮ ਕੇ ਆ ਜਾਂਦੀ ਹੈ, ਉਸ ਤੋਂ ਬਾਅਦ ਜਦੋਂ ਠੰਡੀ ਹੋਏਗੀ ਤਾਂ ਸਾਡਾ ਬਿਲਕੁਲ ਉਹੋ ਜਿਹਾ ਮੋਲਡ ਬਣ ਜਾਂਦਾ, ਉਹੋ ਜਿਹੀ ਹੀ ਸ਼ੇਪ ਬਣ ਜਾਂਦੀ ਹੈ। ਠੀਕ ਹੈ, ਇਹਦੇ ਵਿੱਚ 100 mm ਥਿਕ ਮੋਟਾ ਰੱਖਿਆ ਜਾਂਦਾ ਹੈ, ਉਹਦੇ ਵਿੱਚ ਸਾਡਾ ਮੋਮ ਦਾ ਪੈਟਰਨ ਰੱਖਿਆ ਜਾਂਦਾ ਹੈ, ਔਰ ਇਹਦੇ ਵਿੱਚ ਥੱਲੇ ਧਾਤ ਪਾਉਣ ਦੇ ਲਈ ਸਪੈਸ਼ਲ ਅਸੀਂ ਪੋਰਿੰਗ ਗੇਟ, ਜਿਹਦੇ ਰਾਹੀਂ ਅਸੀਂ ਰਸਤਾ ਰੱਖਣਾ, ਜਿਹਦੇ ਵਿੱਚੋਂ ਅਸੀਂ ਧਾਤ ਅੰਦਰ ਪਾਣੀ ਹੈ। ਕਿਸੇ ਧਾਤ ਨੂੰ ਕਈ ਵਾਰ ਸਟਾਰਟਿੰਗ ਦੇ ਵਿੱਚ ਹੀਟ ਵੀ ਕਰਨਾ ਪੈਂਦਾ ਹੈ, ਉਹ ਵੀ ਕਰਨਾ ਪੈਂਦਾ ਹੈ, ਔਰ ਬਾਹਰ ਨਿਕਲਣ ਲਈ, ਗੈਸਾਂ ਨਿਕਲਣ ਲਈ ਅਸੀਂ ਵਰਤਣਾ ਵੀ ਹੈ। ਉਸ ਤੋਂ ਬਾਅਦ ਕਈ ਵਾਰ ਸਾਨੂੰ ਜਿਹੜਾ ਅਸੀਂ ਮਿਕਸਚਰ ਪਾਉਂਦੇ ਆ ਉਹਨੂੰ ਸਟਾਰਟਿੰਗ ਦੇ ਵਿੱਚ ਹੀਟ ਵੀ ਕਰਨਾ ਪੈਂਦਾ ਹੈ, ਤਾਂ ਜੋ ਕੀ ਹੈ, ਥੋੜਾ ਜਿਹਾ ਜਿਹੜਾ ਵੈਕਸ ਹੈ ਉਹ ਛੇਤੀ ਪਿਘਲਣ ਦਾ ਕੰਮ ਕਰੇ। ਔਰ ਦੂਸਰਾ ਕੀ ਹੈ, ਜਿਹੜਾ ਮੋਲਡ ਦੇ ਵਿੱਚ ਅਸੀਂ ਆਲੇ ਦੁਆਲੇ ਉਹ ਮਿੱਟੀ ਭਰੀ ਹੈ ਜਾਂ ਰੇਤਾ ਭਰਿਆ, ਉਹ ਬਿਲਕੁਲ ਸੁੱਕ ਜੇ। ਉਹਦੇ ਨਾਲ ਕੀ ਹੈ, ਛੇਤੀ ਸਾਡਾ ਤਾਪਮਾਨ ਪਹੁੰਚਦਾ ਹੈ, ਛੇਤੀ ਸਾਡਾ ਪੀਸ ਅੰਦਰ ਪਿਘਲਦਾ। ਇਸ ਲਈ ਅਸੀਂ ਉਹਨੂੰ ਸਟਾਰਟਿੰਗ ਦੇ ਵਿੱਚ ਪ੍ਰੀ ਹੀਟ ਕਰਨਾ ਹੈ 816 ਡਿਗਰੀ ਸੈਂਟੀਗ੍ਰੇਡ ਤੋਂ 982 ਡਿਗਰੀ ਸੈਂਟੀਗ੍ਰੇਡ ਦੇ ਵਿੱਚ। ਠੀਕ ਹੈ ਜੀ। ਹੁਣ ਇਹਦੇ ਵਿੱਚ ਕੀਤਾ ਕੀ ਜਾਂਦਾ, ਜਿਹੜਾ ਸਾਡਾ ਅਸੀਂ ਮਿਕਸਚਰ ਤਿਆਰ ਕਰਦੇ ਹਾਂ ਉਹਨੂੰ ਇੱਕ ਕਰੂਸੀਬਲ, ਇੱਕ ਸਾਡਾ ਭਾਂਡਾ ਹੁੰਦਾ ਹੈ ਜਿਹੜਾ ਕੀ ਹੈ ਇਹ ਕੋਨੀਕਲ ਸ਼ੇਪ ਦਾ ਹੁੰਦਾ ਹੈ, ਜਿਹਦੇ ਵਿੱਚ ਅਸੀਂ ਇਹਨੂੰ ਪਾਉਣਾ ਹੈ, ਔਰ ਇਹਦੇ ਵਿੱਚ ਹੀ ਥਰਮੇਟ ਮਿਕਸਚਰ ਪਾਇਆ ਜਾਂਦਾ ਹੈ, ਔਰ ਥਰਮੇਟ ਮਿਕਸਚਰ ਨੂੰ ਇਹਦੇ ਵਿੱਚ ਹੀ ਹੀਟ ਕੀਤਾ ਜਾਂਦਾ, ਗਰਮ ਕੀਤਾ ਜਾਂਦਾ ਹੈ। ਇਹਦੇ ਥੱਲੇੋਂ ਗਰਮ ਕਰਕੇ ਅਸੀਂ ਫਿਰ ਉਹਦੇ ਥੱਲੇ ਇੱਕ ਬਣਿਆ ਹੁੰਦਾ ਹੈ ਓਪਨਿੰਗ ਗੇਟ। ਜਦੋਂ ਅਸੀਂ ਇਸ ਓਪਨਿੰਗ ਗੇਟ ਨੂੰ ਖੋਲਾਂਗੇ, ਉਹ ਕੀ ਹੈ, ਉਹ ਸਾਡਾ ਜਿਸ ਜਗ੍ਹਾ ਤੇ ਅਸੀਂ ਇਸ ਧਾਤ ਨੂੰ ਪਿਘਲਾਉਣ ਤੋਂ ਬਾਅਦ ਪਾਉਣਾ ਹੈ ਉਹਦੇ ਉੱਤੇ ਰੱਖ ਦਿੰਦੇ ਆ, ਸਿੱਧੀ ਸਾਡੀ ਪਿਘਲੀ ਹੋਈ ਧਾਤ ਉੱਥੇ ਪਹੁੰਚ ਜਾਂਦੀ ਹੈ, ਜਿਹਦੇ ਨਾਲ ਸਾਡਾ ਉਹ ਪੀਸ ਜੰਮ ਜਾਂਦਾ ਹੈ। ਹੁਣ ਇਹਦੇ ਵਿੱਚ ਇਗਨਾਈਟਿੰਗ ਕਿਵੇਂ ਕਰਨੀ ਹੈ, ਅਸੀਂ ਇਗਨੀਸ਼ਨ ਕਿਵੇਂ ਕਰਨੀ ਹੈ, ਇਹਦੇ ਵਿੱਚ ਕੀ ਕੀਤਾ ਜਾਂਦਾ ਹੈ, ਜਿਹੜੀ ਸਾਡੀ ਇਗਨੀਸ਼ਨ ਕੀਤੀ ਜਾਂਦੀ ਹੈ ਥਰਮੇਟ ਮਿਕਸਚਰ ਦੀ, ਇਹ ਸਾਡੀ 1 ਮਿੰਟ ਦੇ ਕਰੀਬ ਹੁੰਦੀ ਹੈ। ਅਸੀਂ ਸਿਰਫ 1 ਮਿੰਟ ਲਈ ਇਹਨੂੰ ਇਗਨਾਈਟ ਕਰਨਾ ਹੈ। ਇਹਦੇ ਨਾਲ ਕੀ ਕੀਤਾ ਜਾਂਦਾ ਹੈ, ਜਿਹੜੀ ਸਾਡੀ ਕਰੂਸੀਬਲ ਹੁੰਦੀ ਹੈ ਜਿਹਦੇ ਵਿੱਚ ਅਸੀਂ ਉਹਨੂੰ ਮਿਕਸਰ ਨੂੰ ਗਰਮ ਕੀਤਾ, ਉਸ ਨੂੰ ਬਾਅਦ ਚੋਂ ਚੱਕ ਲਿਆ ਜਾਂਦਾ ਹੈ। ਚੱਕਣ ਤੋਂ ਬਾਅਦ ਕੀ ਹੈ, ਉਹਦੇ ਵਿੱਚ ਜਿਹੜਾ ਪਿਘਲੀ ਹੋਈ ਧਾਤ ਹੈ ਉਹ ਇੱਕਦਮ ਮਿਲਦੀ ਹੈ ਇੱਕ ਦੂਜੇ ਦੇ ਵਿੱਚ। ਉਹ ਮਿਲਣ ਤੋਂ ਬਾਅਦ ਉਹਨੂੰ ਜਿਸ ਜਗ੍ਹਾ ਤੇ ਅਸੀਂ ਪਾਉਣਾ ਹੁੰਦਾ ਹੈ ਉਹਦੇ ਵਿੱਚ ਪਾ ਦਿੱਤਾ ਜਾਂਦਾ। ਠੀਕ ਹੈ ਜੀ। ਉਹ ਤੋਂ ਬਾਅਦ ਓਪਨਿੰਗ ਦਾ ਮੋਲਡ, ਬਾਅਦ ਚੋਂ ਅਸੀਂ ਕੀ ਕੀਤਾ ਜਾਂਦਾ, ਉਹਨੂੰ 2-4 ਘੰਟੇ ਬਾਅਦ ਅਸੀਂ ਮੋਲਡ ਨੂੰ ਉਤਾਰ ਲੈਂਦੇ ਹਾਂ। ਉਸ ਤੋਂ ਬਾਅਦ ਕੀ ਹੈ, ਉਹਨੂੰ ਜਿਹੜਾ 4-5 ਘੰਟੇ ਰੱਖਣਾ, ਉਹਨੂੰ ਛੇੜਨਾ ਨਹੀਂ, ਅਸੀਂ ਧਾਤ ਨੂੰ ਪਿਘਲੀ ਹੋਈ ਨੂੰ ਜੰਮਣ ਦੇਣਾ, ਤਾਂ ਜੋ ਉਹ ਆਪਣੀ ਸ਼ੇਪ ਦੇ ਵਿੱਚ ਆ ਜਾਏ। ਆਹ ਦੇਖੋ, ਆਹ ਕਰੂਸੀਬਲ ਬਣਾਇਆ ਹੋਇਆ, ਇਹਦੇ ਵਿੱਚ ਕੀ ਆ। ਉਸ ਤੋਂ ਬਾਅਦ ਫਿਨਿਸ਼ਿੰਗ ਕਰਨੀ ਆ ਅਸੀਂ। ਆਹ ਦੇਖੋ, ਉੱਪਰਲਾ ਪੀਸ ਜਿਹੜਾ ਸਾਡਾ ਬਣਿਆ ਹੋਇਆ ਹੈ ਇਹ ਕਰੂਸੀਬਲ ਹੈ। ਇਹਦੇ ਵਿੱਚ ਅਸੀਂ ਆਇਰਨ ਆਕਸਾਈਡ ਔਰ ਐਲੂਮੀਨੀਅਮ ਪਾਊਡਰ ਪਾਉਣਾ ਹੈ। ਇਹਦੇ ਬਾਹਰਲੇ ਪਾਸੇ ਜਿਹੜੀ ਧਾਤ ਹੈ, ਜਿਹੜਾ ਇਹ ਬਣਿਆ ਹੁੰਦਾ ਹੈ, ਇਹ ਸਟੀਲ ਦਾ ਬਣਿਆ ਹੁੰਦਾ ਹੈ, ਔਰ ਇਹਦੇ ਅੰਦਰਲੇ ਪਾਸੇ 100 mm ਦੇ ਕਰੀਬ ਐਸੀ ਲਾਈਨਿੰਗ ਬਣਾਈ ਜਾਂਦੀ ਹੈ ਜਿਹੜੀ ਬਹੁਤ ਉੱਚੇ ਤਾਪਮਾਨ ਤੇ ਪਿਘਲਦੀ ਨਹੀਂ। ਇਹਦੇ ਵਿੱਚ ਅਸੀਂ ਇਸ ਮਿਕਸਚਰ ਨੂੰ ਪਿਘਲਾਉਣਾ ਹੈ। ਇਹਦੇ ਥੱਲੇ ਬੇਰੀਅਮ ਪਾਇਰਆਕਸਾਈਡ ਪਾਇਆ ਜਾਂਦਾ ਹੈ, ਥੋੜਾ ਜਿਹਾ ਮੈਗਨੀਸ਼ੀਅਮ ਪਾਊਡਰ ਪਾ ਕੇ ਉਹਨੂੰ ਇੱਕਦਮ ਗਰਮ ਕੀਤਾ ਜਾਂਦਾ ਹੈ। ਸਾਡਾ ਇਹ ਅੱਧੇ ਮਿੰਟ ਤੋਂ ਪਹਿਲਾਂ ਸਾਡਾ ਰਿਐਕਸ਼ਨ ਹੋ ਜਾਂਦਾ ਹੈ, ਜਿਹਦੇ ਨਾਲ ਇਹ ਸਾਡੀ ਧਾਤ ਪਿਘਲਦੀ ਹੈ। ਪਿਘਲਣ ਤੋਂ ਬਾਅਦ ਅਸੀਂ ਇਸ ਦਾ ਥੱਲੇ ਵਾਲਾ ਓਪਨਿੰਗ ਗੇਟ ਹੈ, ਜਿਹਨੂੰ ਇਸ ਰਾਈਜ਼ਰ ਦੇ ਵਿੱਚ ਅਸੀਂ ਪਾ ਦਿੱਤਾ ਜਾਂਦਾ ਹੈ। ਤੁਸੀਂ ਇਸ ਆਹ ਦੇਖ ਰਹੇ ਹੋ ਸਕਰੀਨ ਦੇ ਵਿੱਚ ਵੈਕਸ ਦਾ ਪੈਟਰਨ ਬਣਿਆ ਹੋਇਆ। ਇਹਦੇ ਵਿੱਚ ਆਲੇ ਦੁਆਲੇ ਮੋਲਡ ਬਣਾਇਆ ਹੋਇਆ, ਜਿਹਦੇ ਵਿੱਚ ਰੇਤ ਭਰੀ ਹੋਈ ਹੈ। ਜੇ ਸਾਨੂੰ ਪ੍ਰੀ ਹੀਟ ਕਰਨਾ ਪੈਂਦਾ ਤਾਂ ਇੱਧਰੋਂ ਸਾਈਡ ਤੋਂ ਅਸੀਂ ਪ੍ਰੀ ਹੀਟਿੰਗ ਦੇ ਲਈ ਇਹਦੇ ਜਗ੍ਹਾ ਛੱਡੀ ਹੋਈ ਹੈ। ਕਈ ਵਾਰ ਸਾਨੂੰ ਥੋੜੀ ਜਿਹੀ ਪ੍ਰੀ ਹੀਟ ਕਰਨੀ ਪੈਂਦੀ ਹੈ 800-900 ਡਿਗਰੀ ਸੈਂਟੀਗ੍ਰੇਡ ਤੱਕ, ਤਾਂ ਜੋ ਸਾਡੀ ਧਾਤ ਦੇ ਵਿੱਚ ਕੋਈ ਵੈਕਸ ਦੇ ਵਿੱਚ ਥੋੜੀ ਜਿਹੀ ਕੋਈ ਮੋਇਸਚਰ ਹੈ, ਜਾਂ ਜਿਹੜੀ ਬਾਹਰ ਅਸੀਂ ਰੇਤਾ ਯੂਜ਼ ਕੀਤਾ ਹੋਇਆ ਉਹਦੇ ਵਿੱਚ ਮੋਇਸਚਰ ਹੈ, ਉਹ ਖਤਮ ਹੋ ਜਾਏ, ਔਰ ਪਿਘਲੀ ਹੋਈ ਧਾਤ ਸਾਡੀ ਫਟਾਫਟ ਜਿਸ ਜਗ੍ਹਾ ਤੇ ਅਸੀਂ ਜਾਣਾ ਉੱਥੇ ਸਾਡੀ ਪਹੁੰਚ ਜਾਏ। ਠੀਕ ਹੈ ਜੀ। ਉਸ ਤੋਂ ਬਾਅਦ ਜਦੋਂ ਅਸੀਂ ਮੋਲਡ ਨੂੰ ਹਟਾ ਲੈਂਦੇ ਹਾਂ,
ਰਾਈਜ਼ਰ ਤੇ ਗੇਟ ਜਿਹੜੇ ਰਾਈਜ਼ਰ ਬਣੇ ਆ, ਜਿਹੜਾ ਅਸੀਂ ਪਾਣ ਵਾਲਾ ਸਿਸਟਮ ਕੀਤਾ ਹੋਇਆ ਇਹਦੇ ਵਿੱਚ, ਇਹਨੂੰ ਅਸੀਂ ਮੋਲਡ ਨੂੰ ਖੋਲ ਲੈਂਦੇ ਆ। ਖੋਲ ਕੇ ਅਸੀਂ ਦੁਬਾਰਾ ਸਾਡਾ ਜੁਆਇੰਟ ਤਿਆਰ ਹੋ ਜਾਂਦਾ, ਜਿਸ ਦੇ ਵਿੱਚ ਫਾਲਤੂ ਵੈਲਡਿੰਗ ਨੂੰ ਅਸੀਂ ਕੱਟ ਦਿੱਤਾ ਜਾਂਦਾ। ਇਹਦੇ ਵਿੱਚ ਕੀ ਚੀਜ਼ ਹੈ, ਧਿਆਨ ਰੱਖਣਾ, ਅਸੀਂ ਜਿਹੜੇ ਪੀਸਾਂ ਨੂੰ ਅਸੀਂ ਜੋੜਨਾ ਉਹਨਾਂ ਨੂੰ ਅਸੀਂ ਇੱਕ ਦੂਜੇ ਦੇ ਪੈਰਲਲ ਰੱਖਣਾ ਔਰ ਉਹਨਾਂ ਦੇ ਵਿੱਚ ਬਰਾਬਰ ਗੈਪ ਬਣਾ ਕੇ ਰੱਖਣਾ। ਔਰ ਇਹ ਗੈਪ ਹਮੇਸ਼ਾ ਕੀ ਕਰਨਾ, ਅਸੀਂ ਵੈਕਸ ਦੇ ਪੈਟਰਨ ਦੇ ਨਾਲ ਫਿਕਸ ਕਰਕੇ ਰੱਖਣਾ, ਕਿਉਂਕਿ ਵੈਕਸ ਦਾ ਪੈਟਰਨ ਹੀ ਇਹੋ ਜਿਹਾ ਹੈ ਜਿਹਨੂੰ ਮੋਮ ਕਹਿੰਦੇ ਆ, ਜਿਹੜਾ ਕਿ ਗਰਮ ਹੀਟ ਪੈਣ ਤੇ, ਗਰਮ ਧਾਤ ਪੈਣ ਤੇ ਪਿਘਲ ਜਾਏਗਾ ਔਰ ਉਹਦੇ ਵਿੱਚ ਸਾਡੀ ਫਿਲਰ ਮੈਟਲ ਜਿਹੜਾ ਸਾਡਾ ਮਿਕਸਚਰ ਹੈ ਪਿਘਲ ਕੇ ਆਇਆ, ਉਹ ਸਾਡਾ ਉੱਥੇ ਆ ਕੇ ਜੰਮ ਜੂਗਾ। ਮੋਲਡਿੰਗ ਸੈਂਡ ਹੈ ਜਿਹੜੀ ਆਲੇ ਦੁਆਲੇ, ਉਹ ਉਹਦੇ ਵੈਕਸ ਪੈਟਰਨ ਦੇ ਆਲੇ ਦੁਆਲੇ ਦੱਬ ਕੇ ਭਰੀ ਜਾਂਦੀ ਹੈ। ਉਸ ਤੋਂ ਬਾਅਦ ਉਹਦੇ ਵਿੱਚ ਪੋਰਿੰਗ ਗੇਟ ਬਣਾਇਆ ਜਾਂਦਾ, ਜਿਹਦੇ ਰਾਹੀਂ ਉਹ ਪਿਘਲੀ ਹੋਈ ਧਾਤ ਪਾਣੀ ਹੈ। ਸਾਈਡ ਤੇ ਹੀਟਿੰਗ ਗੇਟ ਬਣਾਇਆ ਜਾਂਦਾ, ਜਿਵੇਂ ਉਹ ਪਿਛਲੀ ਆਪਾਂ ਸਲਾਈਡ ਦੇ ਵਿੱਚ ਦੇਖਿਆ। ਉਹਦੇ ਨਾਲ ਕੀ ਹੈ, ਜੇ ਸਾਨੂੰ ਪ੍ਰੀ ਹੀਟ ਕਰਨਾ ਅਸੀਂ ਕੀਤਾ ਜਾਂਦਾ, ਤੇ ਰਾਈਜ਼ਰਸ ਪਾਏ ਜਾਂਦੇ ਨੇ ਵੀ ਜਿਹੜੀਆਂ ਗੈਸਾਂ ਬਣਨਗੀਆਂ ਉਹਨਾਂ ਨੂੰ ਨਿਕਲਣ ਦਾ ਵੀ ਰਸਤਾ ਚਾਹੀਦਾ, ਤਾਂ ਜੋ ਸਾਡੀ ਵੈਲਡਿੰਗ ਦੇ ਵਿੱਚ ਡਿਫੈਕਟ ਨਾ ਆਉਣ। ਆ ਦੇਖੋ ਦੁਬਾਰਾ ਵੀ ਫੋਟੋ ਦਿਖਾਈ ਹੋਈ ਹੈ। ਖੱਬੇ ਪਾਸੇ ਸਾਡਾ ਟਾਰਚ ਹੈ, ਉੱਪਰੋਂ ਸਾਡੀ ਕਰੂਸੀਬਲ ਬਣੀ ਹੋਈ ਹੈ ਜਿਹਦੇ ਵਿੱਚ ਅਸੀਂ ਪੀਸ ਪਾਣਾ। ਸੈਂਟਰ ਦੇ ਵਿੱਚ ਸਾਡਾ ਪੈਟਰਨ ਹੈ। ਆ ਸਾਡੇ ਦੇ ਕਾਲੀ ਵਿੱਚ ਜਿਹੜੀ ਬਣੀ ਹੋਈ ਹੈ ਇਹ ਰੇਤ ਹੈ, ਜਿਹਨੂੰ ਅਸੀਂ ਹੀਟ ਕਰਨਾ। ਇਸ ਤੋਂ ਬਾਅਦ ਪ੍ਰੀ ਹੀਟਿੰਗ ਗੇਟ ਬਣਿਆ ਹੋਇਆ, ਜਗ੍ਹਾ ਬਣੀ ਹੋਈ ਹੈ ਜਿਹਦੇ ਵਿੱਚੋਂ ਦੀ ਅਸੀਂ ਪ੍ਰੀ ਹੀਟ ਕਰਨਾ। ਉੱਪਰਲੇ ਪਾਸੇ ਸਾਡਾ ਰਾਈਜ਼ਰ ਬਣਿਆ, ਜਿਹਦੇ ਵਿੱਚੋਂ ਦੀ ਅਸੀਂ ਪੋਰ ਕਰਨੀ ਹੈ ਪਿਘਲੀ ਹੋਈ ਧਾਤ ਪਾਣੀਆਂ। ਉੱਪਰ ਸਾਡੀ ਕਰੂਸੀਬਲ ਬਣੀ ਹੋਈ ਹੈ ਤੇ ਦੋਨੇ ਪਾਸੇ ਹੈਂਡਲ ਬਣੇ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਚੱਕ ਕੇ ਅਸੀਂ ਥੱਲੇ ਵਾਲਾ ਜਿਹੜਾ ਟੈਪਿੰਗ ਪਿੰਨ ਹੈ ਇਹਨੂੰ ਅਸੀਂ ਕੱਢ ਦਾਂਗੇ, ਜਿਹਦੇ ਨਾਲ ਕੀ ਹੈ ਫਟਾਫਟ ਸਾਡੀ ਪਿਘਲੀ ਹੋਈ ਧਾਤ ਇਹਦੇ ਵਿੱਚ ਆ ਜਾਂਦੀ ਹੈ। ਅਸੀਂ ਕਰੂਸੀਬਲ ਨੂੰ ਬਿਲਕੁਲ ਇਹਦੇ ਉੱਤੇ ਲਿਆ ਕੇ ਰੱਖ ਦੇਣਾ, ਜਿਹਦੇ ਨਾਲ ਕੀ ਹੈ ਸਾਡੀ ਵੈਲਡਿੰਗ ਵਾਲੀ ਜਗ੍ਹਾ ਤੇ ਧਾਤ ਪਹੁੰਚ ਜਾਏ। ਉਸ ਤੋਂ ਬਾਅਦ ਥਰਮਾਈਟ ਮਿਕਸਚਰ ਨੂੰ ਕਰਨ ਲਈ ਕੀ ਕੀਤਾ ਜਾਂਦਾ, ਕਰੂਸੀਬਲ ਦੇ ਵਿੱਚ ਰੱਖਿਆ ਜਾਂਦਾ, ਥੋੜਾ ਜਿਹਾ ਬੇਰੀਅਮ ਪੈਰੋਕਸਾਈਡ ਵਿੱਚ ਪਾਇਆ ਜਾਂਦਾ, ਔਰ ਉਸ ਤੋਂ ਬਾਅਦ ਇਹਨੂੰ ਕੀ ਕੀਤਾ ਜਾਂਦਾ, ਉਹਨੂੰ ਇੱਕ ਮੈਚ ਸਟਿਕ ਨਾਲ ਜਾਂ ਸਮਾਲ ਮੈਗਨੀਸ਼ੀਅਮ ਵਾਇਰ ਦੇ ਨਾਲ ਇਹਨੂੰ ਹੀਟ ਕੀਤਾ ਜਾਂਦਾ। ਠੀਕ ਹੈ, ਉਹਦੇ ਨਾਲ ਕੀ ਹੁੰਦਾ, ਥਰਮੇਟ ਮਿਕਸਚਰ ਇੱਕਦਮ ਸੁਪਰ ਹੀਟਡ ਹੋ ਜਾਂਦਾ, ਜਿਹੜਾ ਕਿ 30 ਸੈਕਿੰਡ ਦੇ ਵਿੱਚ ਪਿਘਲ ਜਾਂਦਾ ਔਰ ਸਾਡੀ ਧਾਤ ਪਿਘਲ ਕੇ ਮੋਲਟਨ ਸਟੇਜ 'ਚ ਆ ਜਾਂਦੀ ਹੈ, ਲਿਕੁਇਡ ਸਟੇਜ ਦੇ ਵਿੱਚ ਆ ਜਾਂਦੀ ਹੈ। ਉਸ ਤੋਂ ਬਾਅਦ ਉਹਦੇ ਨਾਲ ਕੀ ਹੁੰਦਾ, ਜਿਹੜਾ ਇਹ ਤਾਪਮਾਨ ਹੈ ਸਾਡਾ 2500 ਡਿਗਰੀ ਸੈਂਟੀਗ੍ਰੇਡ ਤੋਂ 3000 ਡਿਗਰੀ ਸੈਂਟੀਗ੍ਰੇਡ ਦੇ ਵਿੱਚ ਬਣ ਜਾਂਦਾ ਹੈ। ਔਰ ਉਹਦੇ ਨਾਲ ਕੀ ਹੁੰਦਾ, ਜਿਹੜਾ ਸਾਡਾ ਆਇਰਨ ਆਕਸਾਈਡ ਹੈ ਉਹ ਕੱਲੇ ਆਇਰਨ ਦੇ ਵਿੱਚ ਬਦਲ ਜਾਂਦਾ ਤੇ ਐਲੂਮੀਨੀਅਮ ਆਕਸਾਈਡ ਸਾਡਾ ਅਲੱਗ ਹੋ ਜਾਂਦਾ ਹੈ, ਜਿਹੜਾ ਕਿ ਹਲਕਾ ਹੋਣ ਕਰਕੇ ਉੱਤੇ ਆ ਜਾਂਦਾ ਹੈ, ਜਿਹਨੂੰ ਅਸੀਂ ਬਾਅਦ ਚੋਂ ਉਹਦੇ ਵਿੱਚ ਬਾਹਰ ਕੱਢ ਸਕਦੇ ਹਾਂ। ਐਲੂਮੀਨੀਅਮ ਦੀ ਵਰਤੋਂ ਅਸੀਂ ਇਸ ਕਰਕੇ ਕਰਦੇ ਹਾਂ ਕਿਉਂਕਿ ਇਹ ਛੇਤੀ ਆਕਸੀਜਨ ਦੇ ਨਾਲ ਰਿਐਕਟ ਕਰਦਾ ਹੈ ਔਰ ਇਹਦਾ ਆਕਸਾਈਡ ਬਣ ਜਾਂਦਾ ਹੈ, ਜਿਹਨੂੰ ਕਿ ਅਸੀਂ ਬਾਅਦ ਚੋਂ ਜ਼ਿਆਦਾ ਹੀਟ ਪੈਦਾ ਕਰਨ ਲਈ ਵੀ ਵਰਤ ਸਕਦੇ ਹਾਂ। ਇਹਦਾ ਰਿਐਕਸ਼ਨ ਥੱਲੇ ਦਿੱਤਾ ਹੋਇਆ, ਆਇਰਨ ਆਕਸਾਈਡ ਪਲੱਸ ਐਲੂਮੀਨੀਅਮ ਮਿਲੇ ਤਾਂ ਐਲੂਮੀਨੀਅਮ ਆਕਸਾਈਡ ਪਲੱਸ ਆਇਰਨ ਪਲੱਸ ਹੀਟ ਹੋਈ, ਜਿਸ ਹੀਟ ਨੂੰ ਅਸੀਂ ਵਰਤਣਾ। ਉਸ ਤੋਂ ਬਾਅਦ ਉਸਨੂੰ ਜੇ ਸਾਨੂੰ ਪ੍ਰੀ ਹੀਟ ਕਰਨਾ ਪੈਂਦਾ ਹੈ, ਅਸੀਂ ਕਿਸੇ ਵੀ ਢੰਗ ਰਾਹੀਂ, ਫਲੇਮ ਰਾਹੀਂ ਜਾਂ ਮਿੱਟੀ ਦੇ ਤੇਲ ਰਾਹੀਂ ਉਹਨੂੰ ਹੀਟ ਕਰ ਸਕਦੇ ਹਾਂ। ਉਸ ਤੋਂ ਬਾਅਦ ਜੁਆਇੰਟ ਸਾਡਾ ਲੱਗ ਜਾਂਦਾ। ਉਸ ਤੋਂ ਬਾਅਦ ਹੀਟਿੰਗ ਸਟਾਪ ਕਰ ਦਿੱਤੀ ਜਾਂਦੀ ਹੈ ਤੇ ਹੀਟ ਗੇਟ ਬੰਦ ਕਰਕੇ ਸਾਡੀ ਪਿਘਲੀ ਹੋਈ ਧਾਤ ਨੂੰ ਅਸੀਂ ਉਹਦੇ ਵਿੱਚ ਪਾ ਸਕਦੇ ਹਾਂ। ਉਹਨੂੰ ਡਾਇਰੈਕਟ ਅਸੀਂ ਉਹਦੇ ਉੱਤੇ ਰੱਖਣਾ ਔਰ ਉਸ ਤੋਂ ਬਾਅਦ ਜਦੋਂ ਪ੍ਰੀ ਹੀਟ ਕਰਨ ਤੋਂ ਬਾਅਦ ਥਰਮਾਈਟ ਮਿਕਸਚਰ ਉਹਦੇ ਵਿੱਚ ਪਾ ਦੇਣਾ ਤੇ ਉਹਦੇ ਨਾਲ ਕੀ ਹੈ ਸੋਲਿਡ ਹੋ ਜਾਂਦੀ ਹੈ ਮੈਟਲ ਕਾਫੀ ਦੇਰ ਬਾਅਦ ਤੇ ਵੈਲਡਿੰਗ ਸਾਡੀ ਕੰਪਲੀਟ ਹੋ ਜਾਂਦੀ ਹੈ। ਆਹ ਦੇਖੋ ਤੁਹਾਡੇ ਕੋਲ ਸਾਹਮਣੇ ਫੋਟੋ ਬਣੀ ਹੋਈ, ਆ ਸਾਡੀ ਫੋਟੋ ਬਣਾਈ ਦਿਖਾਈ ਜਾ ਰਹੀ ਹੈ। ਉਸ ਤੋਂ ਬਾਅਦ ਇਹਦੇ ਵਿੱਚ ਥੋੜ੍ਹੀਆਂ ਜਿਹੀਆਂ ਪ੍ਰੋਬਲਮਸ ਇਹ ਆਉਂਦੀਆਂ, ਦੇਖੋ ਤੁਹਾਡੀ ਸਕਰੀਨ ਤੇ ਦਿਖਾਇਆ ਹੋਇਆ ਹੈ। ਇਹਦੇ ਵਿੱਚ ਜੇ ਬਾਕੀ ਵੈਲਡਿੰਗਾਂ ਦੇ ਨਾਲ ਥੋੜਾ ਜਿਹਾ ਇਹਨੂੰ ਕੰਪੇਅਰ ਕੀਤਾ ਹੋਇਆ ਹੈ ਵੀ ਇਹਦੇ ਵਿੱਚ ਕੀ ਪ੍ਰੋਬਲਮ ਆਉਂਦੀ ਹੈ। ਇਹਦੇ ਵਿੱਚ ਕੀ ਹੈ, ਬਾਕੀ ਵੈਲਡਿੰਗਾਂ ਦੇ ਨਾਲੋਂ ਵੈਲਡਿੰਗ ਸਾਡੀ ਉਨੀ ਮਜ਼ਬੂਤ ਨਹੀਂ ਹੁੰਦੀ। ਕੋਈ ਟਿਗ ਵੈਲਡਿੰਗ ਹੈ, ਸਬਮਰਜਡ ਆਰਕ ਵੈਲਡਿੰਗ ਹੈ, ਮਿਗ ਵੈਲਡਿੰਗ ਹੈ, ਉਹਦੇ ਮੁਕਾਬਲੇ ਜੇ ਅਸੀਂ ਦੇਖੀਏ ਕਰਵ ਸਾਡੀ ਸਭ ਤੋਂ ਥੱਲੇ ਆ ਰਹੀ ਹੈ। ਦੇਖੋ ਇੱਕ ਆਪਣੀ ਥਰਮਾਈਟ ਵੈਲਡਿੰਗ ਦੀ ਕਰਵ ਸਾਡੀ ਬਿਲਕੁਲ ਥੱਲੇ ਆ ਰਹੀ ਹੈ। ਇਸ ਕਰਕੇ ਇਹ ਵੈਲਡਿੰਗ ਬਾਕੀ ਵੈਲਡਿੰਗਾਂ ਦੇ ਮੁਕਾਬਲੇ ਕਾਫੀ ਘੱਟ ਹੈ, ਕਿਉਂਕਿ ਇਹਦੇ ਵਿੱਚ ਸਾਡਾ ਕੰਟਰੋਲ ਨਹੀਂ ਹੈ। ਉਹਨਾਂ ਵੈਲਡਿੰਗਾਂ ਦੇ ਵਿੱਚ ਅਸੀਂ ਆਰਕ ਤੇ ਵੀ ਕੰਟਰੋਲ ਕਰਦੇ ਹਾਂ, ਫਿਰ ਅਸੀਂ ਵੈਲਡਿੰਗ ਧਾਤ ਤੋਂ ਬਚਾਉਣ ਲਈ, ਵਾਤਾਵਰਣ ਤੋਂ ਬਚਾਉਣ ਲਈ ਅਸੀਂ ਫਲਕਸ ਵੀ ਯੂਜ਼ ਕਰਦੇ ਹਾਂ, ਲੇਕਿਨ ਇਹਨਾਂ ਚੀਜ਼ਾਂ ਦੇ ਵਿੱਚ ਕੁਝ ਨਹੀਂ ਕੀਤਾ ਜਾਂਦਾ। ਇਸ ਕਰਕੇ ਇਹ ਵੈਲਡਿੰਗ ਸਾਡੀ ਵੀਕਰ ਹੁੰਦੀ ਹੈ ਬਾਕੀ ਵੈਲਡਿੰਗਾਂ ਦੇ ਮੁਕਾਬਲੇ। ਉਸ ਤੋਂ ਬਾਅਦ ਇਹਦੇ ਐਡਵਾਂਟੇਜਸ ਕੀ ਨੇ, ਇਹ ਅਸੀਂ ਵਰਤਦੇ ਕਿੱਥੇ ਹਾਂ। ਦੇਖੋ ਜੀ, ਇਹ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ, ਸਾਡਾ ਪੋਰਟੇਬਲ ਪ੍ਰੋਸੈਸ ਹੈ। ਕਿਤੇ ਵੀ ਅਸੀਂ ਇਹਨੂੰ ਵਰਤ ਸਕਦੇ ਹਾਂ, ਜੰਗਲ ਦੇ ਵਿੱਚ ਬੈਠੇ ਹੋਈਏ, ਕਿਤੇ ਦੂਰ ਦਰਾਡੇ ਜਗ੍ਹਾ ਤੇ ਬੈਠੇ ਹੋਈਏ, ਜਿੱਥੇ ਅਸੀਂ ਵੈਲਡਿੰਗ ਨਹੀਂ ਕਰ ਸਕਦੇ, ਦੂਜੇ ਸੈੱਟ ਸਾਡੇ ਨਹੀਂ ਪਹੁੰਚ ਸਕਦੇ, ਜਿੱਥੇ ਸਾਡੀ ਕੋਈ ਵੀ
कोई होर इलैक्ट्रिक का साधन नहीं है, कोई होर गैस का साधन नहीं है, कोई होर साडे कोल कोई होर तरीका नहीं है ਜਿਹਦੇ ਨਾਲ ਅਸੀਂ ਵੈਲਡਿੰਗ ਕਰ ਸਕੀਏ, ਉੱਥੇ ਅਸੀਂ ਬੜੇ ਵਧੀਆ ਢੰਗ ਨਾਲ ਇੱਥੇ ਵੈਲਡਿੰਗ ਕਰ ਸਕਦੇ ਹਾਂ, ਕਿਉਂਕਿ ਇਹਦੇ ਵਿੱਚ ਸਾਨੂੰ ਪਾਊਡਰ ਸ਼ੇਪ ਦੇ ਵਿੱਚ ਆਇਰਨ ਆਕਸਾਈਡ ਚਾਹੀਦਾ, ਐਲੂਮੀਨੀਅਮ ਆਕਸਾਈਡ ਚਾਹੀਦਾ ਔਰ ਮੈਗਨੀਸ਼ੀਅਮ ਰਿਬਨ ਚਾਹੀਦਾ, ਔਰ ਸਾਨੂੰ ਇੱਕ ਕਰੂਸੀਬਲ ਚਾਹੀਦਾ ਜਿਹੜਾ ਕਿ ਅਸੀਂ ਕਿਸੇ ਵੀ ਢੰਗ ਰਾਹੀਂ ਤਿਆਰ ਕਰ ਸਕਦੇ ਹਾਂ। ਔਰ ਉਹਦੇ ਵਿੱਚ ਕੀ ਕਰਨਾ, ਅਸੀਂ ਪਿਘਲਾ ਕੇ ਉਹਨੂੰ ਗਰਮ ਕਰ ਦੇਣਾ ਹੀਟਰ ਮਿਕਸਚਰ ਨੂੰ, ਔਰ ਉਹ ਸਾਡਾ ਐਜ਼ ਏ ਫਿਲਰ ਰੋਡ ਦਾ ਕੰਮ ਕਰਦਾ ਹੈ। ਅਸੀਂ ਸਿਰਫ ਔਰ ਸਿਰਫ ਇੱਕ ਮੋਲਡ ਬਣਾਉਣਾ ਹੈ ਜਿਹਦੇ ਆਲੇ ਦੁਆਲੇ ਸਾਡਾ ਰੇਤ ਬਣੇਗੀ, ਔਰ ਉਸ ਜਗ੍ਹਾ ਤੇ ਅਸੀਂ ਮੋਲਡ ਨੂੰ ਬਣਾ ਕੇ ਉੱਥੇ ਯੂਜ਼ ਕਰਨਾ ਹੈ। ਮੋਲਡ ਵੀ ਅਸੀਂ ਕਈ ਵਾਰ ਇਹ ਧਿਆਨ ਰੱਖਣਾ ਵੀ ਜੇ ਅਸੀਂ ਦੁਬਾਰਾ ਵਰਤਣਾ ਤਾਂ ਰੈਪੀਟੇਟਿਵ ਮੋਲਡ ਵਰਤਣਾ, ਜਾਂ ਫਿਰ ਜੇ ਅਸੀਂ ਸਿੰਗਲ ਟਾਈਮ ਲਈ ਕਰ ਰਹੇ ਹਾਂ ਤਾਂ ਮੋਲਡਿੰਗ ਅਸੀਂ ਇਹੋ ਜਿਹੀ ਵਰਤਣੀ ਹੈ ਜਿਹੜੀ ਅਸੀਂ ਦੁਬਾਰਾ ਇੱਕ ਵਾਰ ਵੈਲਡਿੰਗ ਕਰਨ ਤੋਂ ਬਾਅਦ ਉਹਨੂੰ ਤੋੜ ਦਈਏ, ਜਿਹਦੀ ਸਾਨੂੰ ਜ਼ਰੂਰਤ ਨਾ ਹੋਵੇ। ਠੀਕ ਹੈ ਜੀ। ਦੂਸਰੀ ਕੀ ਚੀਜ਼ ਹੈ, ਪਹਿਲਾ ਤਾਂ ਪੋਰਟੇਬਲ ਪ੍ਰੋਸੈਸ ਹੈ, ਦੂਸਰਾ ਹੈ ਸਾਨੂੰ ਕੋਈ ਪਾਵਰ ਸਪਲਾਈ ਨਹੀਂ ਚਾਹੀਦੀ ਕਿਸੇ ਵੀ ਤਰ੍ਹਾਂ ਦੀ, ਕੋਈ ਗੈਸ ਨਹੀਂ, ਕੋਈ ਬਿਜਲੀ ਨਹੀਂ, ਕੋਈ ਵੀ ਕੁਝ ਨਹੀਂ ਚਾਹੀਦੀ। ਦੂਸਰਾ ਕੀ ਹੈ, ਇਹ ਇੱਕ ਬਹੁਤ ਚੀਪ, ਬਹੁਤ ਸਸਤਾ ਪ੍ਰੋਸੈਸ ਹੈ। ਜਿਹੜੇ ਪੀਸਾਂ ਨੂੰ ਅਸੀਂ ਜੋੜਨਾ ਹੈ, ਖਾਸ ਕਰਕੇ ਬਹੁਤ ਵੱਡੇ ਪੀਸਾਂ ਨੂੰ ਅਸੀਂ ਜੋੜਨਾ ਹੈ, ਤਾਂ ਜਿਵੇਂ ਰੇਲਵੇ ਲਾਈਨਾਂ ਨੇ ਜਾਂ ਲਾਰਜ ਪਾਰਟ ਨੇ ਜਾਂ ਸ਼ਿਪ ਨੇ ਜਿਨ੍ਹਾਂ ਨੂੰ ਵਰਕਸ਼ਾਪ ਦੇ ਵਿੱਚ ਲਿਆ ਕੇ ਜੋੜਨਾ ਔਖਾ ਹੈ, ਉਹਦੇ ਲਈ ਅਸੀਂ ਇਹ ਚੀਜ਼ ਯੂਜ਼ ਕਰ ਸਕਦੇ ਹਾਂ। ਔਰ ਸਾਈਟ ਵੈਲਡਿੰਗ ਲਈ ਰੇਲਵੇ ਦੇ ਲਈ ਸਭ ਤੋਂ ਜ਼ਿਆਦਾ ਵਰਤਿਆ ਜਾਂਦਾ। ਇਹਦੀਆਂ ਕੁਝ ਜਿੱਥੇ ਸਾਡੇ ਫਾਇਦੇ ਹੁੰਦੇ ਨੇ ਉੱਥੇ ਨੁਕਸਾਨ ਵੀ ਹੁੰਦੇ ਨੇ। ਇਹ ਸਿਰਫ ਲੋਹੇ ਦੀਆਂ ਧਾਤਾਂ ਲਈ ਵਰਤਿਆ ਜਾ ਸਕਦਾ ਹੈ, ਔਰ ਜਿੱਥੇ ਅਸੀਂ ਕੋਈ ਛੋਟੀਆਂ ਚੀਜ਼ਾਂ ਬਣਾਉਣੀਆਂ ਨੇ ਉੱਥੇ ਇਹ ਪ੍ਰੋਸੈਸ ਸਾਡਾ ਖਰਾਬ ਹੈ, ਉੱਥੇ ਸਾਡਾ ਇਹ ਇਕਨੋਮਿਕਲੀ ਨਹੀਂ ਮਹਿੰਗਾ ਪੈਂਦਾ। ਔਰ ਇੱਕ ਚੀਜ਼ ਹੋਰ ਹੈ, ਇਹਦੇ ਕਰਕੇ ਜਿਹੜਾ ਥਰਮਿਟ ਮਿਕਸਚਰ ਹੈ ਇਹ ਬਹੁਤ ਔਖਾ ਹੈ ਸਟੋਰੇਜ ਕਰਨਾ, ਇਸ ਕਰਕੇ ਇਹਨੂੰ ਫਟਾਫਟ ਵਰਤਣਾ ਪੈਂਦਾ, ਇਹ ਇਹਦੀ ਲਿਮਿਟੇਸ਼ਨ ਹੈ। ਥਰਮਿਟ ਦੀਆਂ ਐਪਲੀਕੇਸ਼ਨਾਂ ਕੀ ਨੇ, ਦੇਖੋ ਰੇਲਵੇ ਦੀਆਂ ਲਾਈਨਾਂ ਉਹ ਰਿਪੇਅਰ ਕਰਨ ਵਾਸਤੇ ਵਰਤਿਆ ਜਾਂਦਾ, ਵੈਟ ਵੈਲਡਿੰਗ ਆਫ ਪਾਈਪਸ ਵੀ ਵਰਤਿਆ ਜਾਂਦਾ, ਵੱਡੇ ਸੈਕਸ਼ਨਾਂ ਨੂੰ ਵਰਤਣ ਵਾਸਤੇ, ਕ੍ਰੈਂਕ ਸ਼ਾਫਟਾਂ ਨੂੰ, ਬ੍ਰੋਕਨ ਪਾਰਟ ਆਫ ਮਸ਼ੀਨ ਨੂੰ, ਅਸੀਂ ਸਾਰੀਆਂ ਇਹਦੇ ਨਾਲ ਵੈਲਡਿੰਗ ਕਰ ਸਕਦੇ ਹਾਂ। ਜਿਹੜੇ ਸੈਕਸ਼ਨ ਸਾਡੇ ਵੱਡੇ ਨੇ ਜਿਨ੍ਹਾਂ ਦੀ ਕਾਸਟਿੰਗ ਕਰਨੀ ਔਖੀ ਹੈ ਉਹਨਾਂ ਨੂੰ ਅਸੀਂ ਵਨ ਪੀਸ ਦੇ ਵਿੱਚ ਇਹ 'ਚ ਤਿਆਰ ਕਰ ਸਕਦੇ ਹਾਂ। ਬ੍ਰੋਕਨ ਪੀਸਾਂ ਨੂੰ ਵੀ ਅਸੀਂ ਬਈ ਵੱਡੇ ਗੇਅਰਸ ਨੇ ਉਹਨਾਂ ਦੀ ਅਸੀਂ ਰਿਪੇਅਰ ਕਰ ਸਕਦੇ ਹਾਂ ਔਰ ਐਂਡ ਵੈਲਡਿੰਗ ਕਰ ਸਕਦੇ ਹਾਂ। ਖਾਸ ਕਰਕੇ ਕੰਕਰੀਟ ਕੰਸਟਰਕਸ਼ਨ ਦੇ ਵਿੱਚ ਕੋਈ ਚੀਜ਼ ਜੁੜੀ ਹੋਈ ਹੈ ਜਿਹਨੂੰ ਬਾਹਰ ਕੱਢਣਾ ਔਖਾ ਹੈ, ਉੱਥੇ ਅਸੀਂ ਵੈਲਡਿੰਗ ਕਰ ਸਕਦੇ ਹਾਂ। ਉਸ ਤੋਂ ਬਾਅਦ ਮਿਲਟਰੀ ਦੇ ਵਿੱਚ ਵੀ ਇਸੇ ਪਾਊਡਰ ਨੂੰ ਕੀ ਕੀਤਾ ਜਾਂਦਾ, ਥਰਮਿਟ ਮਿਕਸਚਰ ਨੂੰ ਯੂਜ਼ ਕੀਤਾ ਜਾਂਦਾ ਹੈ, ਜਿਹਦੇ ਨਾਲ ਕੀ ਬਹੁਤ ਜ਼ਿਆਦਾ ਹੀਟ ਯੂਜ਼ ਹੁੰਦੀ ਹੈ। ਹੀਟ ਦੇ ਨਾਲ ਪ੍ਰੋਡਿਊਸ ਹੋਣ ਦੇ ਨਾਲ ਇਹ ਬੰਬਾਂ ਦੇ ਵਿੱਚ ਅਸੀਂ ਯੂਜ਼ ਕਰ ਸਕਦੇ ਹਾਂ, ਜਿਹਦੇ ਵਿੱਚ ਉਹ ਅੱਗੇ ਕੋਈ ਹੋਰ ਬੰਬ ਬਣਾਉਣ ਲਈ ਗੋਲੀਆਂ ਜਾਂ ਕਿਸੇ ਵੀ ਢੰਗ ਨਾਲ ਇਸ ਤਰੀਕੇ ਨੂੰ ਉਹ ਯੂਜ਼ ਕਰਦੇ ਨੇ। ਇਹ ਇਹਦੀਆਂ ਮਿਲਟਰੀ ਐਪਲੀਕੇਸ਼ਨ ਨੇ। ਕਈ ਵਾਰ ਇਹਦੇ ਵਿੱਚ ਬੇਰੀਅਮ ਨਾਈਟ੍ਰੇਟ ਵੀ ਵਰਤਿਆ ਜਾਂਦਾ ਹੈ, ਜਿਹੜਾ ਕਿ ਇਹਦੇ ਤਾਪਮਾਨ ਨੂੰ ਹੋਰ ਵਧਾ ਦਿੰਦਾ ਹੈ ਔਰ ਛੇਤੀ ਰਿਐਕਸ਼ਨ ਹੁੰਦਾ ਹੈ। ਇਹਦੇ ਵਾਸਤੇ ਇਹ ਯੂਜ਼ ਕੀਤਾ ਜਾਂਦਾ। ਯੂਰੇਨੀਅਮ ਦੇ ਨਾਲ ਵੀ ਇਹ ਵਰਤਿਆ ਜਾ ਸਕਦਾ। ਇਹਦੇ ਹਜ਼ਾਰਸ ਵੀ ਨੇ। ਸਭ ਤੋਂ ਜ਼ਿਆਦਾ ਇਹਦੇ ਨੁਕਸਾਨ ਕੀ ਨੇ, ਕਿਉਂਕਿ ਇਹ ਬਹੁਤ ਜ਼ਿਆਦਾ ਹੀਟ ਪੈਦਾ ਕਰਦਾ ਹੈ, ਇਸ ਕਰਕੇ ਇਹਦਾ ਧਿਆਨ ਰੱਖਣਾ। ਇਹਨੂੰ ਹੈਂਡਲਿੰਗ ਦੇ ਟਾਈਮ ਤੇ ਪ੍ਰੋਪਰ ਢੰਗ ਨਾਲ ਅਸੀਂ ਧਿਆਨ ਰੱਖਣਾ। ਸਾਰਾ ਕੁਝ ਸਾਡਾ ਪ੍ਰੋਪਰ ਪ੍ਰੀਕਾਸ਼ਨ ਰੱਖਣੀਆਂ ਨੇ, ਸੇਫਟੀ ਪ੍ਰੀਕਾਸ਼ਨ ਹੋਣੀਆਂ ਚਾਹੀਦੀਆਂ। ਸਾਡੇ ਸਾਰੇ ਕੋਈ ਗਲਵਸ ਪਾਏ ਹੋਣੇ ਚਾਹੀਦੇ ਨੇ, ਐਪਰਨ ਪਾਇਆ ਹੋਣਾ ਚਾਹੀਦਾ, ਸਾਰਾ ਕੁਝ ਧਿਆਨ ਰੱਖਣਾ। ਔਰ ਇਹਦੇ ਨਾਲ ਡੇਂਜਰਸ ਅਲਟਰਾਵਾਇਲਟ ਕਿਰਨਾਂ ਨਿਕਲਦੀਆਂ ਨੇ, ਇਸ ਲਈ ਅਸੀਂ ਅੱਖਾਂ ਦੀ ਵੀ ਪੂਰੀ ਪ੍ਰੋਟੈਕਸ਼ਨ ਰੱਖਣੀ ਹੈ। ਔਰ ਇਹਦੇ ਵਿੱਚ ਜੇ ਕਿਤੇ ਗਲਤੀ ਨਾਲ ਅਸੀਂ ਪਾਣੀ ਮਿਲਾ ਦਈਏ ਜਾਂ ਕੁਝ ਹੋਰ ਮਿਲਾ ਦਈਏ, ਇਹਦੇ ਨਾਲ ਬਹੁਤ ਛੇਤੀ ਛਿੱਟੇ ਪੈਂਦੇ ਨੇ ਜਿਹੜੇ ਕਿ ਸਾਡੀਆਂ ਅੱਖਾਂ, ਸਾਡੀ ਬੋਡੀ ਤੇ ਖਰਾਬ ਕਰ ਸਕਦੇ ਨੇ। ਇਸ ਲਈ ਇਹਦੀ ਹੈਂਡਲਿੰਗ ਦਾ ਧਿਆਨ ਰੱਖਣਾ, ਇਸ ਲਈ ਜ਼ਰੂਰ ਧਿਆਨ ਰੱਖਣਾ। ਬਹੁਤ ਪ੍ਰੀਕਾਸ਼ਨ ਰੱਖਣੀ ਹੈ ਅਸੀਂ ਜਦੋਂ ਵੀ ਅਸੀਂ ਧਿਆਨ ਰੱਖਣਾ। ਠੀਕ ਹੈ ਜੀ ਸਰ। ਹੋਰ ਕਿਸੇ ਦਾ ਅਗਰ ਕੁਐਸਚਨ ਹੈ, ਮੇਰਾ ਲੈਕਚਰ ਖਤਮ ਹੋ ਗਿਆ। ਤੁਸੀਂ ਅਗਰ ਕੋਈ ਕੁਐਸਚਨ ਕਰਨਾ ਚਾਹੁੰਦਾ ਸਰ। ਹੈਲੋ, ਅਗਰ ਕੋਈ क्वेश्चन करना चाहता है? हेलो। हाँ जी, हाँ जी। చిత్ర వచ్చిన దావతన్నా వచ్చిన ఇది
ਹੈਲੋ। ਹਾਂਜੀ ਸਰ। ਹੈਲੋ। ਹਾਂਜੀ ਹੈਲੋ ਹਾਂਜੀ ਹਾਂਜੀ ਸਰ ਜੀ, ਡੇਲੀ ਕਲਾਸ ਲੱਗਦੀ ਹੈ ਜੀ ਪੰਜਾਬੀ ਮੀਡੀਅਮ ਵਿੱਚ ਜੀ। ਸਰ ਇਹ ਅਲੱਗ-ਅਲੱਗ ਹੈ ਜੀ, ਨਿੰਮੀ ਵੱਲੋਂ ਲੈਕਚਰ ਅਰੇਂਜ ਕੀਤੇ ਜਾਂਦੇ ਨੇ ਜੀ। ਇਹ ਤਾਂ ਨਿੰਮੀ ਦੇ ਸ਼ਡਿਊਲ ਤੋਂ ਤੁਹਾਨੂੰ ਪਤਾ ਲੱਗੇਗਾ ਜੀ। ਜਾਂ ਆਪਣਾ ਆਹ ਪੰਜਾਬੀ ਨਿੰਮੀ ਦਾ ਚੈਨਲ ਸ਼ੁਰੂ ਕੀਤਾ ਹੈ, ਇਸ ਤੇ ਅਲੱਗ-ਅਲੱਗ ਕਲਾਸਾਂ ਦੇ ਅਲੱਗ-ਅਲੱਗ ਲੈਕਚਰ ਨੇ। ਰੋਜ਼ ਵੈਲਡਰ ਦਾ ਨਹੀਂ ਲੱਗਦਾ, ਉਹ ਬੰਦਾ ਹੈ ਉਹ ਹੁੰਦਾ ਬੇਟਾ। ਹਾਂਜੀ ਸਰ, ਫਿਰ ਐਂਡ ਕਰੀਏ ਜੀ। ਹਾਂਜੀ ਹੈਲੋ। ਹਾਂਜੀ ਹਾਂਜੀ, ਠੀਕ ਹੈ ਸਰ, ਟਾਈਮ ਐਂਡ। ਹਾਂਜੀ, ਥੈਂਕ ਯੂ ਜੀ, ਬਹੁਤ ਬਹੁਤ ਤੁਹਾਡਾ। ਹਾਂਜੀ ਸਰ, ਠੀਕ ਹੈ ਜੀ।